ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਕਿ ਮੌਜੂਦਾ ਪੰਥਕ ਸਿਆਸਤ ਦੇ ਵਿੱਚ ਜਿਹੜੇ ਮਸਲੇ ਉੱਭਰ ਕੇ ਸਾਹਮਣੇ ਆ ਰਹੇ ਨੇ, ਉਹਨਾਂ ਦਾ ਹੱਲ ਕਿੱਦਾਂ ਕੱਢਿਆ ਜਾਵੇ, ਜਾਂ ਕੀ ਉਹਨਾਂ ਦੇ ਹੱਲ ਵਾਲੇ ਪਾਸੇ ਤੁਰਿਆ ਜਾ ਰਿਹਾ, ਜਾਂ ਫਿਰ ਉਹਨਾਂ ਨੂੰ ਮੁੜ ਤੋਂ ਫੇਰ ਤੋਂ ਜਿਹੜਾ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਹਦੇ ਸਿੱਟੇ ਕੀ ਹੋਣਗੇ 2024 ਜਦੋਂ ਸਿਰ ਦੇ ਉੱਤੇ ਆ, ਜਾਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਗੱਲ ਚੱਲਦੀ ਹੈ। ਇਸ ਸਭ ਦੇ ਉੱਤੇ ਗੱਲਬਾਤ ਕਰਾਂਗੇ। ਤੁਸੀਂ ਚਰਚਾ ਨੂੰ ਚੱਲਦੇ ਚੱਲਦੇ ਲਾਈਕ ਤੇ ਸ਼ੇਅਰ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਸਵਾਗਤ ਹੈ ਤੁਹਾਡਾ ਭਾਈ ਸਾਹਿਬ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਵਿਸ਼ਵ ਸਿੱਖ ਇਕੱਤਰਤਾ, ਜਿਹਦੇ ਵਿੱਚ ਗੁਰਮਤਿ ਨੂੰ ਪਾਸ ਕੀਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਦੀ ਗੱਲ ਹੋਈ, ਪਹਿਲਾਂ ਵੀ ਹੁੰਦੀ ਆਈ ਹੈ, ਪਰ ਵੱਖੋ ਵੱਖਰੇ ਧੜੇ ਜਦੋਂ ਭਾਈ ਸਾਹਿਬ ਸਾਹਮਣੇ ਆਉਂਦੇ ਨੇ ਤਾਂ ਬਹੁਤ ਤਰੀਕੇ ਦੇ ਸਵਾਲ ਖੜੇ ਕਰਦੇ ਨੇ ਕਿ ਇੱਕ ਪਾਸੇ ਤਾਂ ਗੁਰਦੁਆਰਾ ਸੋਧ ਐਕਟ ਨੂੰ ਲੈ ਕੇ ਸਰਕਾਰ ਦੇ ਨਾਲ ਟਕਰਾਅ ਦੀ ਸਥਿਤੀ ਜਿਹੜੀ ਬਣੀ ਹੋਈ ਹੈ, ਗ੍ਰਹਿ ਮੰਤਰੀ ਸਾਹਿਬ ਤੋਂ ਸਮਾਂ ਮੰਗਿਆ ਗਿਆ, ਜਾਂ ਕੇਂਦਰ ਨੂੰ ਕਿਹਾ ਜਾ ਰਿਹਾ ਕਿ ਕੇਂਦਰ ਤੋਂ ਬਿਨਾਂ ਹੋਰ ਕੋਈ ਇਸ ਮਸਲੇ ਦਾ ਹੱਲ ਨਹੀਂ ਕਰ ਸਕਦਾ। ਗੁਰਦੁਆਰਾ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਗੱਲ ਹੈ, ਜਾਂ ਗੁਰਬਾਣੀ ਨੂੰ ਲੈ ਕੇ ਜਿਸ ਤਰੀਕੇ ਨਾਲ ਕਬਜ਼ੇ ਦੀ ਗੱਲ ਹੁੰਦੀ ਹੈ, ਜਾਂ ਵਪਾਰੀਕਰਨ ਹੁੰਦਾ ਹੈ, ਇਹ ਬੜੇ ਸਾਰੇ ਸਵਾਲ ਨਾਲੋਂ ਨਾਲ ਇਕੱਠੇ ਹੁੰਦੇ ਨੇ ਜਦੋਂ ਵਿਸ਼ਵ ਸਿੱਖ ਇਕੱਤਰਤਾ ਹੁੰਦੀ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਗੱਲ ਆਉਂਦੀ ਹੈ ਕਿ ਇੱਕ ਤਾਂ ਮੌਜੂਦਾ ਜਥੇਦਾਰ ਨੇ, ਇੱਕ ਮੁਤਵਾਜ਼ੀ ਜਥੇਦਾਰ ਨੇ, ਕੌਮ ਜਿਹੜੀ ਆ ਉਹ ਦੁਬਿਧਾ ਦੇ ਵਿੱਚ ਪੈਂਦੀ ਹੈ ਕਿ ਇਹ ਆਖਿਰਕਾਰ ਇਹਨਾਂ ਇਕੱਤਰਤਾਵਾਂ ਤੋਂ ਇਲਾਵਾ ਜਾਂ ਸਰਬੱਤ ਖਾਲਸੇ ਸੱਦਣ ਦੇ ਨਾਲ ਹੁਣ ਤੱਕ ਵੀ ਸਿੱਖ ਮਸਲਿਆਂ ਦਾ ਹੱਲ ਕੋਈ ਉਸ ਤਰੀਕੇ ਦਾ ਨਿਕਲਿਆ ਨਹੀਂ। ਸਿਰਫ ਇਕੱਤਰਤਾ ਹੁੰਦੀ ਹੈ, ਚਰਚਾਵਾਂ ਹੁੰਦੀਆਂ, ਤੇ ਉਸ ਤੋਂ ਬਾਅਦ ਉਹ ਕਿਸੇ ਰੋਡ ਮੈਪ ਦੇ ਵਾਲੇ ਪਾਸੇ ਤੁਰਦੇ ਨਜ਼ਰ ਨਹੀਂ ਆਉਂਦੇ। ਇੱਕ ਵਕਤੀ ਤੌਰ ਦੇ ਉੱਤੇ ਇੱਕ ਉਲਾਰ ਜਿਹਾ ਨਜ਼ਰ ਆਉਂਦਾ ਜਿਹਦੇ ਵਿੱਚ ਇਕੱਠੀਆਂ ਹੁੰਦੀਆਂ ਸਮੂਹਕ ਧਿਰਾਂ। ਭਾਈ ਸਾਹਿਬ ਜੀ, ਪਿਛਲੇ ਸਮਿਆਂ ਤੋਂ ਜਾਂ ਖਾਸ ਤੌਰ ਤੇ 1995 ਤੋਂ ਲੈ ਕੇ ਵਰਤਮਾਨ 2023 ਤੱਕ ਜਿਹੜਾ ਸਾਡੇ ਕੋਲ ਸਾਹਮਣੇ 28 ਸਾਲ ਦਾ ਸਮਾਂ ਬੀਤ ਚੁੱਕਾ ਹੈ, ਇਹਦੇ ਵਿੱਚ ਮੁੱਖ ਤੌਰ ਤੇ 3 ਘਟਨਾਵਾਂ ਜਿਹੜੀਆਂ ਨੇ ਇਸ ਸੰਬੰਧੀ ਜਿਹਦੇ ਕਿ ਸਿੱਖ ਇਕੱਠੇ ਹੋ ਕੇ ਉਹਨਾਂ ਨੇ ਕੋਈ ਫੈਸਲਾ ਲਿਆ ਜਾਂ ਵਕਤ ਦੇ ਜਿਹੜੇ ਇਸ਼ੂ ਸੀ ਉਹਨਾਂ ਨੂੰ ਮਤਲਬ ਐਡਰੈਸ ਕੀਤਾ। ਉਹਦੇ ਵਿੱਚ 1995 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਅਗਵਾਈ, ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਵਿਸ਼ਵ ਸਿੱਖ ਸੰਮੇਲਨ ਹੋਇਆ ਸੀ ਅੰਮ੍ਰਿਤਸਰ ਸਾਹਿਬ ਵਿਖੇ। ਉਹ 5-6 ਦਿਨ ਚੱਲਿਆ ਸੀਗਾ ਔਰ ਬੜਾ ਲਿਟਰੇਚਰ ਆਇਆ ਉਹਦੇ 'ਚ, ਮਤਲਬ ਕਈ ਸੈਮੀਨਾਰਸ ਹੋਏ ਜਿਹੜੇ ਉਸ ਸਮੇਂ ਦੇ ਜੋ ਹਾਲਾਤ ਸੀਗੇ, ਕਿਉਂਕਿ ਉਹ ਜਿਹੜਾ ਬੇਅੰਤ ਸਿੰਘ ਦਾ ਸਮਾਂ ਚੱਲ ਰਿਹਾ ਸੀ, ਉਹ ਬੜਾ ਡਿਪਰੈਸ਼ਨ ਦਾ ਸਮਾਂ ਸੀ ਤੇ ਅਕਾਲੀ ਪੋਲਿਟਿਕਸ ਜਿਹੜੀ ਸੀ ਰਿਵਾਈਵਲ ਮੰਗਦੀ ਸੀ, ਜਿਵੇਂ ਆਪਾਂ ਹੁਣ ਦੇ ਹਾਲਾਤ ਮੰਗਦੇ ਆ ਨਾ, ਸਮਝਦੇ ਆ ਨਾ ਕਿ ਉਦੋਂ ਵੀ ਮਤਲਬ ਇਹੋ ਜਿਹੀ ਸਥਿਤੀ ਬਣੀ ਹੋਈ ਸੀ ਕਿ ਅਕਾਲੀ ਰਾਜਨੀਤੀ ਜਿਹੜੀ ਹੈ, ਅਕਾਲੀ ਰਾਜਨੀਤੀ ਦੇ ਨਾਲ ਜਿਹੜੀ ਲੀਡਰਸ਼ਿਪ ਸੀ ਉਹ ਹਿੰਮਤ ਨਹੀਂ ਸੀ ਕਰ ਰਹੀ ਬਾਹਰ ਆਉਣ ਦੀ। ਭਾਵੇਂ 1994 ਦੇ ਵਿੱਚ ਏਕਤਾ ਕਰਾਈ ਲਈ ਗਈ ਸੀ ਕਿ ਸੱਤ ਅਕਾਲੀ ਦਲ ਇਕੱਠੇ ਹੋ ਗਏ ਤੇ ਫਿਰ ਇੱਕ ਵੱਖਰਾ ਅਕਾਲੀ ਦਲ ਬਾਦਲ ਦਾ ਰਿਹਾ, ਲੇਕਿਨ ਵਿਸ਼ਵ ਸਿੱਖ ਸੰਮੇਲਨ ਨੇ ਇੱਕ ਬੜਾ ਉਹਦਾ ਲਾਭ ਹੋਇਆ, ਕੁਝ ਨਾਲ ਇੱਕ ਬੜਾ ਉਤਸ਼ਾਹ ਪੈਦਾ ਹੋਇਆ, ਇੱਕ ਨਵੇਂ ਇਸ਼ੂ ਸਾਹਮਣੇ ਆ ਗਏ। ਔਰ ਉਸ ਨਾਲ ਕੀ ਹੈ ਕਿ 1997 ਦੇ ਵਿੱਚ ਅਕਾਲੀ ਰਾਜਨੀਤੀ ਦਾ ਜਾਂ ਅਕਾਲੀ ਸਰਕਾਰ ਦਾ ਇੱਕ ਰਾਹ ਤਿਆਰ ਹੋਇਆ ਸੀ। ਇਹ ਵਿਸ਼ਵ ਸਿੱਖ ਸੰਮੇਲਨ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਸਨੇ ਉਸ ਸਮੇਂ ਦੇ ਹਾਲਾਤ ਨੂੰ ਐਡਰੈਸ ਕਰਦੇ ਹੋਏ ਇੱਕ ਬੌਧਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਔਰ ਕਲਚਰੀ ਤੌਰ ਤੇ ਸਾਰੇ ਪੱਖੋਂ ਐਡਰੈਸ ਕਰਕੇ ਇੱਕ ਵਿਸ਼ਾ ਕੌਮ ਨੂੰ ਦਿੱਤਾ ਸੀਗਾ। ਉਸ ਤੋਂ ਬਾਅਦ ਸਰਬੱਤ ਖਾਲਸੇ ਦਾ ਇਕੱਠ ਹੁੰਦਾ 2015 ਦੇ ਵਿੱਚ, ਪਰ ਉਹਦੇ 'ਚ ਜੋ ਵੀ ਮਤਲਬ ਜਥੇਦਾਰ ਨਿਕਲਦੇ ਨੇ ਜਾਂ ਇੱਕ ਧਿਰ ਵੱਲੋਂ ਆਇਆ ਗਿਆ ਤੇ ਉਹ ਇੱਕ ਜਜ਼ਬਾਤੀ ਉਲਾਰਪਣ ਦੇ ਵਿੱਚ ਸਾਰੀ ਜਿਹੜੀ ਉਹ ਜਥੇਦਾਰ ਸਾਹਿਬਾਨ ਦੀ ਜਿਹੜੀ ਸੀ ਇੱਕ ਜੁਟਤਾ ਉਹ ਖਿੰਡਾ ਆ ਗਿਆ। ਲੇਕਿਨ ਉਹਦੇ ਤੇ ਆਪਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਹੋਇਆ, ਲੇਕਿਨ ਉਹਦੇ ਨਾਲ ਉਹ ਬਾਹਰ ਬਣਾਇਆ ਸੀ ਉਹ ਜੋ ਹਾਲਾਤ ਬੇਅਦਬੀ ਦੇ, ਜਾਂ ਉਸ ਤੋਂ ਬਾਅਦ ਜਿਹੜੇ ਅਕਾਲੀ ਸਰਕਾਰ ਦਾ ਜੋ ਰੋਲ ਅਦਾ ਕੀਤਾ ਸੀਗਾ, ਉਸ ਦੇ ਨਾਲ ਕੀ ਸਿੱਖਾਂ ਜਿਹੜਾ ਰੋਹ ਸੀਗਾ। ਉਸ ਤੋਂ ਬਾਅਦ ਜਿਹੜਾ ਅੱਜ ਦੀ ਜਿਹੜੀ ਵਿਸ਼ਵ ਸਿੱਖ ਇਕੱਤਰਤਾ ਹੁਣ ਹੋਈ ਹੈ 28 ਤਰੀਕ ਨੂੰ, ਉਹ ਇੱਕ ਤੀਸਰੇ ਮਤਲਬ ਆਪਾਂ ਉਸ ਤੀਸਰੀ ਲਾਈਨ ਸਮਝਦਾ, ਤੀਸਰੇ ਪੁਆਇੰਟ ਤੇ ਹੁਣ। ਲੇਕਿਨ ਵਿਸ਼ਵ ਸਿੱਖ ਇਕੱਤਰਤਾ ਜਿਹੜੀ ਹੈ ਇੱਕ ਉਸ ਧੜੇ ਵੱਲੋਂ ਜਾਂ ਉਸ ਧਿਰ ਵੱਲੋਂ ਬਣਾਈ ਗਈ, ਜਿਹੜੀ ਕਿ ਪਿਛਲੇ ਸਾਰੇ ਸੰਘਰਸ਼ ਦੇ ਵਿੱਚ ਜਿਹੜਾ 84 ਤੋਂ ਬਾਅਦ ਮੂਲ ਤੌਰ ਤੇ ਸੰਘਰਸ਼ ਸ਼ੁਰੂ ਹੋਇਆ, ਖਾੜਕੂ ਸੰਘਰਸ਼, ਉਹ ਜਿਹੜੀਆਂ ਧਿਰਾਂ ਜਾਂ ਜਿਹੜੇ ਸ਼ਖਸੀਅਤਾਂ ਦਲਜੀਤ ਸਿੰਘ ਤੇ ਨਰੈਣ ਸਿੰਘ ਚੌੜਾ ਤੇ ਹੋਰ ਜੋ ਸਬਜੈਕਟ ਹੈਗੇ ਨੇ, ਉਹਨਾਂ ਨੇ ਉਹਦੇ 'ਚ ਯੋਗਦਾਨ ਕੀਤਾ ਔਰ ਉਹਨਾਂ ਨੇ ਬੁਲਾਇਆ। ਔਰ ਇਸ ਦੇ ਨਾਲ ਕੀ ਹੈ ਕਿ ਇੱਕ ਇਸ਼ੂ ਜਿਹੜਾ ਲਿਆ ਉਹ ਵੀ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਤੇ ਉਸ ਦੀ ਸੇਵਾ ਸੰਭਾਲ ਦਾ ਲਿਆ ਗਿਆ। ਇਹ ਸੀਮਤ ਇਸ਼ੂ ਤੇ ਇੱਕ ਪੁਆਇੰਟ ਤੇ ਇਹ ਇਹਨਾਂ ਦਾ 1 ਪੁਆਇੰਟ ਪ੍ਰੋਗਰਾਮ ਸੀਗਾ। ਪਰ ਇਸ ਦੇ ਨਾਲ ਜਿਹੜੀ ਉਸ ਨੇ ਇਹਨਾਂ ਨੇ ਕਿਹਾ ਕਿ ਰਵਾਇਤ ਅਸੀਂ 5 ਪਿਆਰਿਆਂ ਦੀ ਗੁਰਮਤਿ ਦੀ ਰਿਵਾਈਵ ਕਰਾਂਗੇ, ਇੱਕ ਚੰਗਾ ਵਿਚਾਰ ਸੀ। ਮੈਂ ਇਸ ਨੂੰ
ਉਹਦੇ ਬਾਰੇ ਮੈਨੂੰ ਦੋ ਰਾਵਾਂ ਨਹੀਂ ਕਿ ਉਹ ਪ੍ਰਾਚੀਨ ਜਿਹੜਾ ਸਮੇਂ ਦੇ ਵਿੱਚ ਜਦੋਂ ਸਿੱਖ ਸਰਬੱਤ ਖਾਲਸਾ ਰੂਪ ਵਿੱਚ ਦੀਵਾਲੀ ਤੇ ਵਿਸਾਖੀ ਤੇ ਇਕੱਠੇ ਹੁੰਦੇ ਸੀ, ਉਹਨਾਂ ਦਾ ਤਰੀਕਾਕਾਰ ਸੀਗਾ। ਤਰੀਕਾਕਾਰ ਦਾ ਮਤਲਬ ਭਾਵਨਾ ਕੀ ਕੰਮ ਕਰਦੀ ਹੈ ਕਿ ਜੋ ਸੰਗਤ ਬੈਠੀ ਹੁੰਦੀ ਹੈ ਉਹਨਾਂ ਦੀ ਸ਼ਮੂਲੀਅਤ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ 5 ਪਿਆਰਿਆਂ ਦਾ ਸਿਧਾਂਤ ਦਿੱਤਾ ਹੈ, 5 ਸਿੰਘਾਂ ਨੇ ਬੈਠ ਕੇ ਕਲੈਕਟਿਵ ਲੀਡਰਸ਼ਿਪ ਦਾ, ਉਸ ਦੇ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਫੈਸਲੇ ਕਰੋ ਔਰ ਫਿਰ ਉਸ ਤੋਂ ਬਾਅਦ ਉਹਨੂੰ ਲਾਗੂ ਕਰਨ ਵਾਸਤੇ ਤੁਸੀਂ ਅੱਗੇ ਵਧੋ। ਇਹ 6-6 ਮਹੀਨੇ ਦੇ ਗੈਪ ਨਾਲ ਸਰਬੱਤ ਖਾਲਸੇ ਹੁੰਦੇ ਸੀ। ਲੇਕਿਨ ਚੂੰਕਿ ਇਹ ਜਿਹੜੀ ਪਰੰਪਰਾ ਹੈ ਇਹ 1805 ਚ ਹੋਲਕਰ ਦੇ ਮਦਦ ਦੇ ਇਸ਼ੂ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਰੀ ਵਾਰੀ ਜਿਹੜਾ ਸਰਬੱਤ ਖਾਲਸਾ ਹੋਇਆ ਉਸ ਤੋਂ ਬਾਅਦ ਭੰਗ ਕਰਤਾ ਗਿਆ, ਮਤਲਬ ਨਹੀਂ ਹੋਇਆ। ਸਾਰੀ ਜਿਹੜੀ ਸ਼ਕਤੀ ਸੀ ਉਹ ਸਰਕਾਰੇ ਖਾਲਸਾ ਜਾਂ ਰਣਜੀਤ ਸਿੰਘ ਦੇ ਹੱਥ ਚਲੀ ਗਈ ਤੇ ਉਹ ਮਤਲਬ ਰਾਜ ਪੱਖ ਚਲਾਇਆ ਉਸਨੇ, ਇਹਦੇ ਚ ਗੈਪ ਪੈ ਗਏ। ਉਹ 1805 ਤੋਂ ਲੈ ਕੇ ਵਰਤਮਾਨ ਤੱਕ 7 ਸਰਬੱਤ ਖਾਲਸੇ ਹੋ ਚੁੱਕੇ ਨੇ ਵੱਡੇ ਪੱਧਰ ਤੇ। ਲੇਕਿਨ ਜਿਹੜੀ ਇਹ ਵਿਸ਼ਵ ਸਿੱਖ ਇਕੱਤਰਤਾ ਇਹਦੇ ਚ ਨਿਵੇਕਲਾਪਣ ਜਾਂ ਇੱਕ ਵੱਖਰਾ ਕੀ ਨਜ਼ਰ ਆਇਆ ਮੈਨੂੰ, ਕਿਉਂਕਿ ਮੈਂ ਪੂਰੀ ਤਰ੍ਹਾਂ ਨੇੜਿਓਂ ਵੇਖਿਆ, ਆਪ ਵਿੱਚ ਆਪਣੀ ਵਿਚਾਰ ਵੀ ਦਿੱਤੇ। ਉਹਦੇ ਚ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸੁਖਵਿੰਦਰ ਜੀ ਜੋ ਅਕਾਲ ਤਖਤ ਸਾਹਿਬ ਦੀ ਸੰਸਥਾ ਜਿਸ ਢੰਗ ਦੇ ਨਾਲ ਪਿਛਲੇ 100 ਸਾਲਾਂ ਦੇ ਵਿੱਚ ਇਹ ਇਸ ਤਰੀਕੇ ਨਾਲ ਇਵਾਲਵ ਹੋ ਚੁੱਕੀ ਹੈ, ਔਰ 1920 ਤੋਂ ਲੈ ਕੇ ਅੱਜ 28 ਜਥੇਦਾਰ ਜਿਹੜੇ ਨੇ ਇਸ ਪਦਵੀ ਤੇ ਕੰਮ ਕਰਕੇ ਆਪਣੀ ਜਿਹੜੀ ਇਹ ਸੇਵਾ ਨਿਭਾ ਚੁੱਕੇ ਨੇ, ਉਸ ਬਾਰੇ ਜੋ ਚਰਚਾ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਔਰ ਉਹਦੀ ਸੇਵਾ ਮੁਕਤੀ ਕਰਕੇ ਜਾਂ ਉਹਨੂੰ ਦਮਦਮਾ ਸਾਹਿਬ ਭੇਜਣ ਤੋਂ ਬਾਅਦ ਜੋ ਰਣਵੀਰ ਸਿੰਘ ਬਣਾਏ ਨੇ, ਜਾਂ ਜਿਸ ਇੱਕ ਪਾਸੇ ਢੰਗ ਨਾਲ ਪਹਿਲਾਂ ਅਕਾਲੀ ਪਾਰਟੀ ਜਾਂ ਸ਼੍ਰੋਮਣੀ ਕਮੇਟੀ ਕਰਦੀ ਆ ਰਹੀ ਹੈ, ਉਹ ਜੋ ਤਖਤ ਸਾਹਿਬ ਦੇ ਜਥੇਦਾਰ ਲਗਾ ਕੇ ਇਹ ਉਸ ਬਾਰੇ ਮੁੱਖ ਤੌਰ ਤੇ ਇਹ ਸੀਗਾ ਕਿ ਅਕਾਲ ਤਖਤ ਸਾਹਿਬ ਦੀ ਇੱਕ ਧੁਰਾ ਹੈ, ਇਸ ਨੂੰ ਕਿਵੇਂ ਖੁਦ ਮੁਖਤਿਆਰ ਵਰਕਿੰਗ ਕੀਤੀ ਜਾਵੇ। ਸੋ ਉਸ ਵਾਸਤੇ ਜੋ ਇਹ ਯਤਨ ਕੀਤੇ ਗਏ, ਉਸ ਵਾਸਤੇ ਵੀ ਇਹ ਜਿਹੜਾ ਯਤਨ ਹੈ ਇਹ ਉਸ ਦੇ ਪੈਰਲਲ ਚ ਹੈ, ਜਿਸ ਪੈਰਲਲ ਦੇ ਵਿੱਚ ਸ਼੍ਰੋਮਣੀ ਕਮੇਟੀ ਪਿਛਲੇ 100 ਸਾਲ ਤੋਂ ਇੱਕ ਤਾਂ ਦੂਜੇ ਰੂਪ ਵਿੱਚ ਕੰਮ ਕਰਦੇ ਹੋਏ ਉਹ ਅਕਾਲ ਤਖਤ ਸਾਹਿਬ ਦੇ ਹੋਰ ਜਥੇਦਾਰਾਂ ਨੂੰ ਅਪਾਇੰਟ ਕਰਦੀ ਆ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਸਥਿਤੀ ਬਣੀ ਹੈ ਸ਼੍ਰੋਮਣੀ ਕਮੇਟੀ ਦੀ, ਇੱਕ ਪਾਸੜ 15-20 ਮਿੰਟ ਦੇ ਵਿੱਚ ਜਥੇਦਾਰਾਂ ਦੀ ਨਿਯੁਕਤੀ ਦਾ ਫੈਸਲਾ ਕਰਕੇ ਇੱਕ ਤਰ੍ਹਾਂ ਦਾ ਆਪਣਾ ਜਿਹੜਾ ਦਬਦਬਾ ਜਾਂ ਡੋਮੀਨੈਂਸ ਪ੍ਰਗਟ ਕਰਨ ਦਾ ਯਤਨ ਕੀਤਾ ਗਿਆ ਹੈ, ਉਸ ਦੇ ਬਰਾਬਰ ਇਹ ਜਿਹੜਾ ਯਤਨ ਹੋਇਆ ਹੈ ਵਿਸ਼ਵ ਸਿੱਖ ਇਕੱਤਰਤਾ ਦੇ ਵਿੱਚ ਇਸ ਤਰ੍ਹਾਂ ਨਹੀਂ। ਜਥੇਦਾਰ ਸਾਹਿਬ ਚੂੰਕਿ ਅਕਾਲ ਤਖਤ ਸਾਹਿਬ ਪੰਥ ਦੇ ਸਾਂਝੇ ਨੇ, ਵਿਸ਼ਵ ਦੇ ਸਾਂਝੇ ਨੇ, ਇਸ ਕਰਕੇ ਇਹਦੇ ਤੇ ਜਿਹੜਾ ਜਥੇਦਾਰ ਸਾਹਿਬ ਆਣ ਜਾਂ ਜੋ ਇਹਦੀ ਮਰਿਆਦਾ ਬਣੇ ਉਹ 5 ਸਿੰਘਾਂ ਦੇ ਨਾਲ ਔਰ ਜਥੇਦਾਰ ਸਾਹਿਬ ਦੀ। ਅੱਛਾ, ਇੱਕ ਗੱਲ ਬੜੀ ਸਪਸ਼ਟ ਹੈ ਹੋਈ ਹੈ ਇਸ ਇਕੱਤਰਤਾ ਦੇ ਵਿੱਚ ਕਿ ਇਹਨਾਂ ਨੇ ਜਥੇਦਾਰ ਦੀ ਪਦਵੀ ਜਾਂ ਉਹਦੀ ਜੇ ਸ਼ਖਸੀਅਤ ਬਾਰੇ ਉਹ ਖੁੱਲ ਕੇ ਗੱਲ ਨਹੀਂ ਕੀਤੀ ਕਿ ਜਥੇਦਾਰ ਹੈ ਜਾਂ ਨਹੀਂ ਹੈ। 5 ਸਿੱਖ ਤੇ ਸਾਖੀ ਸਿੰਘ ਦੀ ਗੱਲ ਕੀਤੀ ਹੈ। ਹੁਣ ਸਾਖੀ ਸਿੰਘ ਇਹ ਕੀ ਕਲੈਕਟਿਵ ਜਿਹੜੀ ਚੇਤਨਾ ਬਣਦੀ ਹੈ, ਮਰਜ਼ੀ ਨਿਕਲਦੀ, ਉਹ ਸਾਖੀ ਸਿੰਘ ਉਹ ਹੈ ਜਾਂ ਸਾਖੀ ਸਿੰਘ ਇੱਕ ਉਹ ਬੰਦਾ ਹੈ ਜਾਂ ਉਹ ਇੱਕ ਕਨਸੈਪਟ ਹੈ ਜਿਹੜਾ ਕਿ ਗੱਲ ਕਰਕੇ ਮੁੜ ਕੇ ਫਿਰ ਸੰਗਤ ਚ ਵਿਲੀਨ ਹੋ ਜਾਂਦਾ ਹੈ। ਸੋ ਮੈਂ ਮਹਿਸੂਸ ਕੀਤਾ ਜੀ ਕਿ ਵਿਸ਼ਵ ਸਿੱਖ ਇਕੱਤਰਤਾ ਤਾਂ ਹੋਈ ਹੈ, ਲੇਕਿਨ ਇਹ ਇੱਕ 1 ਪੁਆਇੰਟ ਪ੍ਰੋਗਰਾਮ ਤੇ ਵੀ ਹੋਈ ਹੈ ਔਰ ਇਹ ਵੀ ਕਿਹਾ ਗਿਆ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਜਾਂ ਸੇਵਾ ਸੰਭਾਲ ਅਕਾਲ ਤਖਤ ਸਾਹਿਬ ਦੀ ਇੱਕ ਵਿਸ਼ੇਸ਼ ਜੱਥਾ ਜਿਹੜਾ ਹੈ ਔਰ ਉਹਦੇ ਮੁਤਾਬਕ ਹੋਵੇ। ਪਰ ਇੱਥੇ ਸਵਾਲ ਪੈਦਾ ਹੁੰਦਾ ਸੁਖਵਿੰਦਰ ਵੀ ਜੱਥਾ ਕਿਹੜਾ ਜੱਥਾ, ਕਿਉਂਕਿ ਇਹ ਜਿਹੜੀ ਇਕੱਤਰਤਾ ਹੋਈ ਹੈ ਇੱਕ ਧਿਰ ਵੱਲੋਂ ਹੋਈ ਹੈ। ਇਹ ਅਲਟੀਮੇਟਲੀ ਆਉਣ ਵਾਲੇ ਸਮੇਂ 'ਚ ਅਗਰ ਇਹਦੇ ਪੋਲੀਟੀਕਲ ਓਵਰਟੋਨਸ ਅਸੀਂ ਵੇਖੀਏ, ਪੋਲੀਟੀਕਲ ਮੀਨਸ ਕੱਢੀਏ, ਤਾਂ ਕੀ ਇਹ ਮਤਲਬ ਜੋ ਜੁਝਾਰੂ ਪੋਲਿਟਿਕਸ ਅੱਜ ਪਿਛਲੇ 30-40 ਸਾਲ ਤੋਂ ਇੱਕ ਤਰ੍ਹਾਂ ਦੀ ਮਤਲਬ ਡਿਸਇੰਟੀਗ੍ਰੇਟ ਹੋਈ ਹੈ, ਉਹਦੇ 'ਚ ਫੁੱਟ ਹੈ, ਉਹ 'ਚ ਕੋਈ ਧਿਰਾਂ ਆਪਣੇ ਤੌਰ ਤੇ ਕੰਮ ਕਰ ਰਹੀਆਂ ਨੇ। ਇਹ ਜਿਹੜੇ ਸਿੰਘ ਜਿਹਨਾਂ ਨੇ ਆਰਗੇਨਾਈਜ਼ ਕੀਤਾ, ਇਹ ਉਸ ਸਾਰੀ ਸੁਝਾਰੂ ਲਹਿਰ ਦੀ ਪਿੱਛੇ ਬਚੇ ਵਾਰਸ ਨੇ, ਬਾਕੀ ਤਾਂ ਸ਼ਹੀਦ ਹੋ ਗਏ। ਦਲਜੀਤ ਸਿੰਘ ਨੇ ਪਿਛਲੇ ਸਮਿਆਂ 'ਚ 2 ਕਿਤਾਬਾਂ ਵੀ ਲਿਖੀਆਂ ਨੇ ਇਹ ਸਾਰੇ ਸੰਘਰਸ਼ ਦੀ ਸਾਖੀ ਬਾਰੇ। ਤਾਂ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਪਿਛਲੇ ਸਾਲ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਪੰਜਾਬ ਦੇ ਵਿੱਚ ਹਾਵੀ ਹੋਇਆ, ਕਿਉਂਕਿ ਇੱਥੇ ਸਵਾਲ ਉਠਾਇਆ ਜਾ ਸਕਦਾ ਕਿ ਜਦੋਂ ਪਿਛਲੇ ਸਮਿਆਂ ਦੇ ਵਿੱਚ ਇਹ ਰੈਡੀਕਲ ਪੋਲਿਟਿਕਸ ਜਿਹੜੀ ਹੈ ਉਹ ਆਰਗੇਨਾਈਜ਼ ਨਹੀਂ ਹੋਈ ਤੇ ਦਲ ਖਾਲਸਾ ਦੀ ਰੈਡੀਕਲ ਪੋਲਿਟਿਕਸ ਦਾ ਇੱਕ ਪੋਲੀਟੀਕਲ ਆਊਟਫਿਟ ਹੈ, ਸਿਮਰਜੀਤ ਸਿੰਘ ਮਾਨ ਹੈ ਜਾਂ ਇਹ ਜਿਹੜੇ ਖਾਲਸੇ ਸਰਬੱਤ ਖਾਲਸੇ ਤੋਂ ਨਿਕਲੇ ਹੋਏ ਜਥੇਦਾਰ ਸਾਹਿਬਾਨ ਨੇ, ਇਹ ਸਾਰਾ ਜਿਹੜਾ ਸਿਸਟਮ ਹੈ ਇਹ ਆਪਸ ਚ ਆਰਗੇਨਾਈਜ਼ ਤਾਂ ਹੋਇਆ ਨਹੀਂ ਹੋਇਆ। ਜਦੋਂ ਆਰਗੇਨਾਈਜ਼ ਨਹੀਂ ਹੋਇਆ ਤਾਂ ਖਿੰਡੇ ਹੋਏ ਨੇ। ਮਤਲਬ ਅਸੀਂ ਜਿਹੜੀ ਬਾਈਪੋਲਰ ਪੋਲਿਟਿਕਸ ਦੀ ਗੱਲ ਜਦੋਂ ਕਰ ਰਹੇ ਹਾਂ ਸੁਖਵਿੰਦਰ ਜੀ, ਤਾਂ ਬੜੀ ਸਪਸ਼ਟ ਹੈ ਕਿ ਇੱਕ ਪਾਸੇ ਅਕਾਲੀ ਮੇਨ ਸਟ੍ਰੀਮ ਪੋਲਿਟਿਕਸ ਹੈ, ਇੱਕ ਪਾਸੇ ਉਸ ਤੋਂ ਬਾਹਰ ਬੈਠੇ ਅਕਾਲੀ ਗਰੁੱਪ ਨੇ ਜਾਂ ਉਸ ਤੋਂ ਬਾਅਦ ਨਾਨ ਅਕਾਲੀ ਖਾਲਸਾ ਗਰੁੱਪਸ ਨੇ।
ਜਿਸ ਦਲ ਖਾਲਸਾ ਔਰ ਜਿਹੜਾ ਇਹਨਾਂ ਦਾ ਬਿੱਟੂ ਦਾ ਜ਼ਿਆਦਾ, ਕਿਉਂਕਿ ਹੈਰਾਨਗੀ ਦੀ ਗੱਲ ਇਹ ਵੀ ਹੈ ਕਿ ਨਾ ਕੋਈ ਨਾ ਇਹਨਾਂ ਨੇ ਕਿਸੇ ਇਸ ਆਪਣੀ ਇਸ ਵਰਕਰਸ ਨੂੰ ਜਾਂ ਆਪਣੀ ਸੰਸਥਾ ਨੂੰ ਨਹੀਂ ਦਿੱਤਾ ਹੋਇਆ ਨਾ, ਇਸ ਕਰਕੇ ਅਸੀਂ ਸ਼ਖਸੀਅਤ ਦੁਆਲੇ ਘੁੰਮ ਰਹੇ ਹਾਂ ਕਿ ਦਲਜੀਤ ਸਿੰਘ ਬਿੱਟੂ ਨੇ, ਖਾਲਸੇ ਨੇ, ਇਹਨਾਂ ਨੇ ਸਾਰਾ ਆਰਗੇਨਾਈਜ਼ ਕੀਤਾ। ਚਲੋ ਖੈਰ, ਮੇਰਾ ਕਹਿਣ ਦਾ ਭਾਵ ਕੀ ਹੈ ਜੀ ਕਿ ਰੈਡੀਕਲ ਪੋਲਿਟਿਕਸ ਤੇ ਉਦਾਰਵਾਦੀ ਲਿਬਰਲ ਪੋਲਿਟਿਕਸ ਜਿਹੜੀ ਹੈ ਅਕਾਲੀ ਦਲ ਦੀ, ਇਹ ਉਹਦੇ ਚ ਵਰਟੀਕਲ ਸਪਲਿਟ ਹੈ, ਬਾਈਪੋਲਰ ਦੀ ਵਰਟੀਕਲ ਸਪਲਿਟ ਹੈ। ਇਹਦੇ ਜਦੋਂ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਭਾਵੇਂ ਅਕਾਲੀ ਪੋਲਿਟਿਕਸ ਨੂੰ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਨਕਲੂਡਿੰਗ ਪ੍ਰਕਾਸ਼ ਸਿੰਘ ਬਾਦਲ 2 ਵਾਰੀ ਸੱਤਾ ਤੋਂ ਹਾਰੇ ਨੇ, ਚਾਹੇ ਇਹ 17 ਦੇ ਵਿੱਚ ਚਾਹੇ 19 ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ 22 ਦੇ ਵਿੱਚ ਥੋੜੀ ਇਹਨਾਂ ਦਾ ਹੋਰ ਗ੍ਰਾਫ ਨੀਵਾਂ ਗਿਆ ਹੈ। ਤਾਂ ਜਦੋਂ ਉਹ ਇੰਨੇ ਸੈਟਬੈਕ ਪਹੁੰਚਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਰੱਖਿਆ ਉਹਨਾਂ ਦੇ ਜਥੇ ਬਣੇ ਹੋਏ ਨੇ, ਉਹਨਾਂ ਦੇ ਮਤਲਬ ਪੋਲੀਟੀਕਲ ਅਫੇਅਰਸ ਕਮੇਟੀਜ਼ ਨੇ, ਔਰ ਜੋ ਇੱਕ ਪੋਲੀਟੀਕਲ ਪਾਰਟੀ ਨੂੰ ਚਾਹੀਦਾ ਉਸ ਪਾਸੇ ਉਹ ਜਿਹੜੀ ਪੋਲੀਟਿਕਸ ਪਾਰਟੀ ਬਣੀ ਹੋਈ ਹੈ, ਚਾਹੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਉਹ ਕੰਮ ਕਰਦੇ ਨੇ, ਚਾਹੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਉਸਨੂੰ ਕਿਸੇ ਨਾ ਕਿਸੇ ਰੂਪ ਵਿੱਚ ਤਾਕਤ ਦਿੰਦੇ ਨੇ, ਲੇਕਿਨ ਜਿਹੜੀ ਉਸ ਤੋਂ ਬਾਅਦ ਬਰਾਬਰ ਦੀ ਧਿਰਾਂ ਨੇ ਜਿਹਦਾ ਮੈਂ ਜ਼ਿਕਰ ਕਰ ਚੁੱਕਾ, ਇਹ ਆਰਗੇਨਾਈਜ਼ ਕਿਉਂ ਨਹੀਂ ਹੋਈਆਂ? ਇੱਥੇ ਸਵਾਲ ਪੈਦਾ ਹੁੰਦਾ ਨਾ ਜੀ। ਤੇ ਜੇਕਰ ਅੰਮ੍ਰਿਤਪਾਲ ਸਿੰਘ ਨੇ ਪਿਛਲੇ ਸਾਲ ਆ ਕੇ ਇੱਕ ਤਰੀਕੇ ਨਾਲ ਜੋ ਵੀ ਆਰਗੇਨਾਈਜ਼ ਹੋਇਆ ਜਾਂ ਜਥੇਬੰਦੀਆਂ ਬਣਾਈ ਜਾਂ ਵਾਰਿਸ ਪੰਜਾਬ ਦੇ ਜਾਂ ਜੋ ਵੀ ਨਾਮਨਨ ਬਣਿਆ, ਉਸ ਦੇ ਵਿੱਚ ਵੀ ਉਹ ਜਿਹੜਾ ਇੱਕ ਡਰਾਬੈਕਸ ਰਹਿ ਗਏ, ਗੈਪਸ ਰਹਿ ਗਏ ਕਿ ਉਹ ਵੀ ਉਸ ਪੱਖੋਂ ਜਿਸ ਚੀਜ਼ ਦੀ ਲੋੜ ਸੀ ਉਸ ਲੋੜ ਨੂੰ ਪੂਰਾ ਨਾ ਕਰਦੇ ਹੋਏ ਉਹ ਵੀ ਇੱਕ ਤਰ੍ਹਾਂ ਦਾ ਖਿੰਡ ਗਿਆ। ਭਾਵੇਂ ਕਿਸੇ ਇਸ਼ੂ ਤਰ੍ਹਾਂ ਕੋਈ ਵੱਖਰਾ ਇਸ਼ੂ ਆਪਾਂ ਡਿਸਕਸ ਕਰਾਂਗੇ। ਸੋ ਮੈਂ ਮਹਿਸੂਸ ਕਰਦਾ ਕਿ ਵਿਸ਼ਵ ਸਿੱਖ ਇਕੱਤਰਤਾ ਭਾਵੇਂ ਇੱਕ ਸੀਮਤ ਨਿਸ਼ਾਨੇ ਨੂੰ ਉੱਤੇ ਫੋਕਸ ਕਰਕੇ ਅਕਾਲ ਤਖਤ ਸਾਹਿਬ ਦੇ ਸੇਵਾ ਸੰਭਾਲ ਨੂੰ ਇੱਕ ਵਾਸਤੇ ਮਾਡਲ ਦਿੱਤਾ ਹੈ, ਪਰ ਫਿਰ ਮੈਂ ਮਹਿਸੂਸ ਕੀਤਾ, ਮੈਂ ਤੇ ਸਵਾਲ ਉਠਾਇਆ ਸੀ ਆਪਣੇ ਵਿਚਾਰਾਂ ਦੇ ਵਿੱਚ ਵੀ ਜਿਹੜੀ ਰਵਾਇਤ ਅਸੀਂ ਕਾਇਮ ਕਰ ਰਹੇ ਹਾਂ ਉਹ ਕਿਸ ਵਾਸਤੇ ਕਰ ਰਹੇ ਹਾਂ? ਰਵਾਇਤ ਕਾਇਮ ਕਰਨ ਵਾਸਤੇ ਰਵਾਇਤ ਕੀਤੀ ਜਾ ਰਹੀ ਹੈ ਕਿ ਰਵਾਇਤ ਕਿਸੇ ਵੱਡੇ ਨਿਸ਼ਾਨਿਆਂ ਦੀ ਜਾਂ ਜੋ ਪੰਜਾਬ ਦੇ ਜਾਂ ਪੰਥ ਦੇ ਇਸ਼ੂਸ ਹੈਗੇ ਨੇ ਉਹਨਾਂ ਨੂੰ ਐਡਰੈਸ ਕਰਨ ਵਾਸਤੇ, ਉਹਨਾਂ ਦੇ ਹੱਲ ਵਾਸਤੇ ਜਿਹੜੀ ਰੈਡੀਕਲ ਪੋਲਿਟਿਕਸ ਹੈ ਜਾਂ ਜੁਝਾਰੂ ਪੋਲਿਟਿਕਸ ਹੈ ਉਹਦੇ ਕੋਲ ਕੀ ਰੋਡ ਮੈਪ ਹੈ? ਕਿਉਂਕਿ ਲੋਕਾਂ ਨੂੰ ਤਾਂ ਇਸ ਗੱਲ ਦੀ ਹਰ ਇਹੋ ਜਿਹੇ ਇਕੱਠਾ ਚ ਉਮੀਦ ਹੋ ਜਾਂਦੀ ਹੈ ਨਾ ਵੀ ਇਹਦੇ ਚ ਕੋਈ ਨਾ ਗੱਲ ਨਿਕਲੇਗੀ, ਕਿਉਂਕਿ ਸਾਰੇ ਪਾਸੇ ਖਿੰਡਾਓ ਹੈ, ਨਿਰਾਸ਼ਤਾ ਹੈ। ਸੋ ਨਿਰਾਸ਼ਤਾ ਇੱਕ ਪਾਸੇ ਅਕਾਲੀ ਪੋਲਿਟਿਕਸ ਵੀ ਕਿਸੇ ਨੂੰ ਕੁਝ ਨਹੀਂ ਦੇ ਰਹੀ ਤੇ ਇੱਕ ਪਾਸੇ ਇਹ ਰੈਡੀਕਲ ਪੋਲਿਟਿਕਸ ਕੁਝ ਨਹੀਂ ਨੀਚੋਂ ਨਿਕਲ ਰਹੀ, ਤਾਂ ਇਹਦੇ 'ਚ ਸਿੱਖ ਜਾਣ ਤੇ ਜਾਣ ਕਿੱਥੇ? ਦਿਸ ਇਜ਼ ਦਾ ਪੁਆਇੰਟ। ਉਹਦਾ ਜਿਹੜਾ ਫਾਇਦਾ ਹੈ ਆਮ ਆਦਮੀ ਪਾਰਟੀ ਉਠਾ ਰਹੀ ਹੈ, ਬੀਜੇਪੀ ਉਠਾ ਰਹੀ ਹੈ, ਕਾਂਗਰਸ ਉਠਾ ਰਹੀ ਹੈ, ਈਵਨ ਅਕਾਲੀ ਦਲ ਵੀ ਦਾ ਫਾਇਦਾ ਉਠਾ ਰਿਹਾ ਜਿਹੜੀ ਖਿੰਡਾਓ ਹੈ। ਇਹ ਜਿਹੜੀ ਵਿਸ਼ਵ ਸਿੱਖ ਇਕੱਤਰਤਾ ਇਸ ਪੱਖੋਂ ਮੈਂ ਮਹਿਸੂਸ ਕਰਦਾ ਕਿ ਪ੍ਰਬੰਧਕਾਂ ਨੂੰ ਜੇ ਉਹਨਾਂ ਨੇ, ਕਿਉਂਕਿ ਸਮੇਂ ਤਾਂ ਵਾਰ-ਵਾਰ ਤਾਂ ਸਮੇਂ ਆਉਂਦੇ ਨੇ ਜੀ, ਇਹ ਸਮੇਂ ਨਾਲ ਹੀ ਆਰਗੇਨਾਈਜ਼ ਕਰਨਾ ਪੈਂਦਾ ਨਾ ਜੀ, ਬੜਾ ਇਨਪੁਟ ਲਗਾਉਣੀ ਪੈਂਦੀ ਹੈ। ਜਦੋਂ ਇੱਥੇ ਆ ਕੇ ਸਿਰਫ ਅਸੀਂ ਇਸ ਨੂੰ ਇਸ ਤੋਂ ਤੱਕ ਹੀ ਸੀਮਿਤ ਰੱਖ ਦਾਂਗੇ ਤਾਂ ਮੇਰਾ ਖਿਆਲ ਹੈ ਕਿ ਇਹਦੇ ਬਹੁਤ ਹੀ ਵੱਡੇ ਪੋਲੀਟੀਕਲ ਜਿਹੜੇ ਰੈਮੀਫਿਕੇਸ਼ਨ ਜਾਂ ਪ੍ਰਭਾਵ ਆਉਣ ਵਾਲੇ ਸਮੇਂ ਦੀ ਪੰਜਾਬ ਦੀ ਪੋਲਿਟਿਕਸ ਤੇ ਨਹੀਂ ਪਏਗਾ, ਪੰਥਕ ਪੋਲਿਟਿਕਸ ਰਿਵਾਈਵ ਨਹੀਂ ਹੋ ਸਕੇਗੀ। ਪਰ ਰਿਵਾਈਵਲ ਤਾਂ ਜ਼ਰੂਰੀ ਹੈ ਨਾ ਜੀ, ਚਾਹੇ ਅਕਾਲੀ ਪੋਲਿਟਿਕਸ ਰਿਵਾਈਵ ਕਰੀਏ ਚਾਹੇ ਇਹ ਰਿਵਾਈਵਲ ਕਰਨ। ਸੋ ਇਸ ਵਾਸਤੇ ਮੈਂ ਸਮਝਦਾ ਕਿ ਜਿਹੜੀ ਵਿਸ਼ਵ ਸਿੱਖ ਇਕੱਤਰਤਾ ਹੈ ਇਹ ਇੱਕ ਸੀਮਤ ਜੋ ਇਸ਼ੂ ਤੇ ਹੋਈ ਹੈ ਉਹਦੇ ਵਾਸਤੇ ਇਸਨੇ ਇੱਕ ਗੁਰਮਤੇ ਦੀ ਜਾਂ ਇੱਕ ਤਰ੍ਹਾਂ ਦਾ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਸੰਭਾਲ ਬਾਰੇ ਤਾਂ ਗੱਲ ਕੀਤੀ ਹੈ, ਪਰ ਇਹ ਕਿਵੇਂ ਹੋਏਗਾ ਇਸ ਵਾਸਤੇ ਮੈਂ ਸਮਝਦਾ ਬਿਲਕੁਲ ਉਹਨਾਂ ਨੇ ਖੁੱਲੀ ਛੱਡ ਦਿੱਤੀ। ਕੋਈ ਰੋਡ ਮੈਪ ਨਹੀਂ ਮਿਲਿਆ। ਪੰਜਾਬ ਦੇ ਮਸਲੇ ਕੀ ਨੇ, ਪੰਥ ਦੇ ਮਸਲੇ ਕੀ ਨੇ, ਇੰਸਟੀਟਿਊਸ਼ਨਲ ਰਿਵਾਈਵਲ ਕਿਵੇਂ ਹੋਏਗੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜੀ IGPC ਕੋਲ ਅਧਿਕਾਰ ਹੈਗੇ ਨੇ ਉਹ ਕਿਵੇਂ ਹਟਾ ਕੇ ਪੰਥ ਪ੍ਰਵਾਨਿਤ ਜਿਹੜੇ ਸਾਰੇ ਲੋਕ ਨੇ ਕਿਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਨਗੇ, ਜਾਂ ਕੀ IGPC ਤੇ ਅਸਰ ਪਏਗਾ? ਕਿਉਂਕਿ ਇਸ ਲਈ ਜਿਹੜਾ ਗੁਰਦੁਆਰਾ ਐਕਟ ਅਨੁਸਾਰ ਜਾਂ ਜਿਸ ਤਰੀਕੇ ਨਾਲ ਬਾਈ ਪ੍ਰੋਕਸੀ IGPC ਕੋਲ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦਾ ਅਧਿਕਾਰ ਆ ਗਿਆ ਹੋਇਆ ਹੈ, ਉਸ ਤੇ ਉਹ ਜਦ ਤੱਕ ਉਹ ਸਿਸਟਮ 'ਚ ਨਹੀਂ ਕੋਈ ਆਏਗਾ ਜਿਹੜਾ ਚੈਲੰਜ ਕਰਨਾ ਹੈ। ਦੇਖੋ ਵੱਡੀ ਗੱਲ ਤਾਂ ਬਦਲ ਦੇਣ ਦੀ ਹੈ ਨਾ ਜੀ। ਜੇ IGPC ਦੇ ਵੀ ਇਲੈਕਸ਼ਨ ਲੜਨੀ ਹੈ ਤਾਂ ਇੱਕ ਤਾਂ ਧਿਰ ਬੈਠੀ ਹੈ ਅਕਾਲੀ ਧਿਰ, ਤੇ ਉਹਨਾਂ ਨੇ ਜਿਨ੍ਹਾਂ ਨੇ ਲੜਨੀ ਇਲੈਕਸ਼ਨ ਉਹ 7-8 ਧਿਰਾਂ 'ਚ ਵੰਡੇ ਹੋਏ ਨੇ। ਉਹਨਾਂ ਕੋਲ ਬਦਲ ਕੀ ਹੈ? ਬਦਲ ਸਿਰਫ ਸ਼ਖਸੀਅਤਾਂ ਦਾ ਬਦਲ ਹੈ ਜਾਂ ਕਿ ਸਿਧਾਂਤਾਂ ਦਾ ਬਦਲ ਹੈ? ਇਹ ਬੜੀ ਵੱਡੀ ਗੱਲ ਹੈ। ਕੋਈ 100 ਸਾਲ ਹੋ ਗਏ ਨੇ IGPC ਨੂੰ, ਕੋਈ ਨਵੇਂ ਸੁਧਾਰ ਲਿਆਣੇ, ਕੋਈ ਨਵੀਂ ਤਬਦੀਲੀ ਲਿਆਉਣ ਵਾਸਤੇ ਜਿਹੜੀ ਕੋਈ ਧਿਰ ਕੰਮ ਨਹੀਂ ਕਰ ਰਹੀ ਤਾਂ ਇਹਦਾ ਮਤਲਬ ਉਹ ਵੀ ਇੱਕ ਤਰ੍ਹਾਂ ਦਾ ਵਿਰੋਧ ਲਈ ਵਿਰੋਧ ਕਰ ਰਹੇ ਨੇ, ਕੋਲ ਆਪਣਾ ਕੋਈ ਪ੍ਰੋਗਰਾਮ ਨਹੀਂ ਹੈਗਾ। ਸੋ ਮੈਂ ਸਮਝਦਾ ਕਿ ਇੱਕ 1-to-1 ਫਾਈਟ ਕਿਵੇਂ ਹੋਵੇ, IGPC ਦਾ ਜਿਹੜਾ ਕੰਟਰੋਲ ਹੈ ਉਹ ਜਿਹੜੀਆਂ ਬਦਲਦੀਆਂ ਧਿਰਾਂ ਕੋਲ ਕਿਵੇਂ ਆਵੇ, ਅਕਾਲ ਤਖਤ ਸਾਹਿਬ ਦਾ ਪ੍ਰਬੰਧ ਕਿਵੇਂ ਮਤਲਬ ਲਿਆਂਦਾ ਜਾਵੇ ਪੰਥਕ ਹਿੱਤਾਂ ਦੇ ਵਿੱਚ, ਇਹ ਮੈਂ ਸਮਝਦਾ ਕਿ ਜਿਹੜੇ ਸਾਰੇ ਇਸ਼ੂ ਖੁੱਲੇ ਨੇ
ਵਿਸ਼ਵ ਜੀ ਸਿੱਖ ਕਥਾ ਇਹਨਾਂ ਨੂੰ ਹੱਲ ਕਰਨ ਵਿੱਚ ਸੰਬੋਧਨ ਨਹੀਂ ਕਰ ਸਕੀ। ਇਹ ਮੈਂ ਸਮਝਦਾ ਕਿ ਇਹਨਾਂ 'ਚ ਪ੍ਰਬੰਧਕਾਂ ਦੀ ਜਾਂ ਉਹਨਾਂ ਦਾ ਪ੍ਰੋਗਰਾਮ ਨਹੀਂ ਹੈ, ਜਾਂ ਉਹਨਾਂ ਦਾ ਜਿਹੜਾ ਏਜੰਡੇ ਤੇ ਨਹੀਂ ਸੀਗਾ, ਜਾਂ ਕਿਸ ਤਰੀਕੇ ਨਾਲ ਸੀਗਾ। ਲੇਕਿਨ ਇਹ ਵੀ ਇੱਕ ਤਰ੍ਹਾਂ ਦਾ ਇਹ ਫੋਕਸ ਜ਼ਰੂਰ ਹੋ ਗਿਆ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਬੰਧ ਹੈ, ਸੰਭਾਲ ਹੈ, ਇਹ ਕਿਸ ਤਰੀਕੇ ਨਾਲ ਹੋਵੇ। ਔਰ ਭਵਿੱਖ ਜੇ ਤੱਕ ਕੀ ਰਿਜ਼ਲਟ ਨਿਕਲੇਗਾ, ਇਹ ਸਮਾਂ ਵੇਖਣਾ ਪਏਗਾ। ਜੀ ਧੰਨਵਾਦ। ਇਹਦੇ ਵਿਚਾਲੇ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਰੈਡੀਕਲ ਪੋਲਿਟਿਕਸ ਦੀ ਗੱਲ ਕੀਤੀ। ਖਾਲਿਸਤਾਨੀ ਸਿਆਸਤ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਕਿਵੇਂ ਸਿਰ ਚੁੱਕਦੀ ਹੈ, ਜਾਂ ਇੱਥੇ ਪੰਜਾਬ ਦੇ ਵਿੱਚ ਐਸਐਫਜੇ ਦੇ ਜ਼ਰੀਏ ਜੋ ਕੁਝ ਹੋ ਰਿਹਾ ਉਹ ਸਾਰਿਆਂ ਦੇ ਸਾਹਮਣੇ ਆ। ਕੇਂਦਰੀ ਜਿਹੜੀਆਂ ਤਾਕਤਾਂ ਨੇ ਜਾਂ ਕੇਂਦਰ ਸਰਕਾਰ, ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ, ਉਹ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਹੁਣ ਬੈਠੇ ਖਾਲਿਸਤਾਨੀਆਂ ਤੇ ਪ੍ਰੈਸ਼ਰ ਬਣਾ ਰਹੀਆਂ, ਐਨਆਈਏ ਦੀ ਜਾਂਚ ਪੜਤਾਲ, ਜਾਂ ਵਿਦੇਸ਼ ਮੰਤਰੀ ਜਿਹੜੇ ਭਾਰਤ ਦੇ ਨੇ ਉਹਨਾਂ ਨੇ ਵੀ ਕੈਨੇਡਾ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਆਪਣੇ ਇੱਥੇ ਬੈਠੇ ਖਾਲਿਸਤਾਨੀ ਪੋਲਿਟਿਕਸ ਜਿਹੜੇ ਕਰ ਰਹੇ ਨੇ ਉਹਨਾਂ ਦਾ ਹੱਲ ਕੱਢੋ, ਨਹੀਂ ਤੇ ਫਿਰ ਅਸੀਂ ਜਿਹੜਾ ਆ ਆਪਣੇ ਤਰੀਕੇ ਨਾਲ ਇਹਨਾਂ ਨੂੰ ਸੁਲਝਾਵਾਂਗੇ। ਉਧਰਲੇ ਬੰਨੇ ਜਦੋਂ ਸਿੱਖ ਸਿਆਸਤ 'ਚ ਖਲਾਰਾ ਸਾਰਾ ਪਿਆ ਹੋਇਆ, ਤਾਂ ਕੇਂਦਰੀ ਕੈਬਨਿਟ ਦੇ ਵਿੱਚ ਸਿੱਖ ਚਿਹਰੇ ਦੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਕਿਸੇ ਸਿੱਖ ਚਿਹਰੇ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਂ, ਇਹ ਜ਼ਰੂਰ ਕਹਿ ਸਕਦੇ ਹਾਂ ਕਿ ਕੇਂਦਰ ਦੇ ਵਿੱਚ ਹਰਦੀਪ ਸਿੰਘ ਪੁਰੀ ਤੋਂ ਇਲਾਵਾ ਉਸ ਤਰੀਕੇ ਦੀ ਨੁਮਾਇੰਦਗੀ ਪੰਜਾਬ ਦੇ ਵੱਲੋਂ ਜਿਹਦੀ ਅਕਸਰ ਚਰਚਾ ਹੁੰਦੀ ਹੈ, ਜਿਵੇਂ ਅਕਾਲੀ ਦਲ ਪਹਿਲਾਂ ਇਹਨਾਂ ਦੇ ਨਾਲ ਰਿਹਾ ਤੇ ਹੁਣ ਉਹ ਹਾਸ਼ੀਏ ਤੇ ਹੋਣ ਕਾਰਨ ਸਿੱਖ ਸਿਆਸਤ ਦੀ ਜਾਂ ਸਿੱਖ ਮਸਲਿਆਂ ਦੀ ਨੁਮਾਇੰਦਗੀ ਨਜ਼ਰ ਨਹੀਂ ਆਉਂਦੀ। ਪਰ ਕੀ ਇਸ ਤਰ੍ਹਾਂ ਕੇਂਦਰ ਦੇ ਵਿੱਚ ਸਿੱਖ ਚਿਹਰਾ ਲਿਆਉਣ ਦੇ ਨਾਲ ਜਾਂ ਉਹਦਾ ਵਿਸਤਾਰ ਕਰਨ ਦੇ ਨਾਲ ਕੀ ਸਿੱਖ ਮਸਲਿਆਂ ਦਾ ਹੱਲ ਹੁੰਦਾ ਆ, ਜਿਹਦੇ ਵਿੱਚ ਬੰਦੀ ਸਿੰਘਾਂ ਦਾ ਮਸਲਾ ਹੈ, ਪੰਜਾਬ ਦੇ ਬਹੁਤ ਮਸਲੇ ਨੇ, ਪੰਜਾਬ ਦੇ ਪਾਣੀਆਂ ਦਾ, ਜਾਂ ਹੋਰ ਬਹੁਤ ਇਹੋ ਜਿਹੇ ਮਸਲੇ ਨੇ ਜਿਹੜੇ ਸਿੱਧੇ ਸਿੱਧੇ ਪੰਜਾਬ ਦੀ ਸਿੱਖ ਪੋਲਿਟਿਕਸ ਨੂੰ ਪ੍ਰਭਾਵਿਤ ਕਰਦੇ ਨੇ? ਦੇਖੋ, ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਖਾਲਿਸਤਾਨ ਲਹਿਰ ਦੀ ਤੁਸੀਂ ਗੱਲ ਕਰਦੇ ਹੋ, ਇਹ ਵੱਖ-ਵੱਖ ਦੇਸ਼ਾਂ ਦੇ ਜਿਹੜੇ ਦੇਸ਼ਾਂ 'ਚ ਜਾ ਕੇ ਸਿੱਖ ਵਸੇ ਹੋਏ ਨੇ, ਹੈ ਤਾਂ ਪੰਜਾਬ ਦੇ ਹੀ ਨੇ, ਪੰਜਾਬ ਨਾਲ ਕੰਸਰਨਡ ਨੇ। ਔਰ ਇਸ ਬਾਰੇ ਇੱਕ ਸਮੇਂ-ਸਮੇਂ ਤੇ ਜਦੋਂ ਪੰਜਾਬ ਦੇ ਨਾਲ ਜਾਂ ਸਿੱਖਾਂ ਨਾਲ ਕੋਈ ਧੱਕਾ ਹੁੰਦਾ ਹੈ, ਜਾਂ ਕੋਈ ਕਾਨੂੰਨ ਪਾਸ ਹੁੰਦਾ ਹੈ, ਜਾਂ ਕੇਂਦਰ ਸਰਕਾਰ ਕੁਛ ਐਕਸ਼ਨ ਲੈਂਦੀ ਹੈ, ਤਾਂ ਉਹ ਮੁਜ਼ਾਹਰੇ ਕਰਦੇ ਨੇ। ਇਹ ਉਹਨਾਂ ਦਾ ਉਸ ਉੱਥੋਂ ਦੀ ਸਿਸਟਮ ਅਨੁਸਾਰ ਹੱਕ ਹੈ ਉਹਨਾਂ ਦਾ। ਪਰ ਇਹ ਅਲਟੀਮੇਟਲੀ ਕੀ ਜਿਹੜੀ ਖਾਲਿਸਤਾਨ ਲਹਿਰ ਹੈ ਵਿਦੇਸ਼ਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਇਹਦਾ ਕੋਈ ਮੂੰਹ ਮੱਥਾ ਬਣ ਜਾਏਗਾ? ਇਹ 40-50 ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਬਿਲਕੁਲ ਧੁੰਦਲਕੇ 'ਚ ਫਸਿਆ ਹੋਇਆ ਹੈ। ਉਹ ਜਿਹੜੀ ਡੀਪ ਸਟੇਟ ਹੈ, ਡੀਪ ਸਟੇਟ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਉਹਨਾਂ ਜਿਹੜੇ ਦੇਸ਼ਾਂ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਨੇ, ਸਮਝੌਤੇ ਨੇ, ਹਰ ਬੰਦੇ ਦਾ ਆਰਥਿਕ ਲੜਾਈ ਹੈ, ਮੰਡੀ ਬਾਜ਼ਾਰ ਚਾਹੀਦਾ, ਹਰ ਨੂੰ ਚਾਹੀਦਾ, ਸਾਰਾ ਉਸ ਪਾਸੇ ਸਰਕਾਰਾਂ ਦੇ ਆਪਣੇ ਇੱਕ ਤਰ੍ਹਾਂ ਦੇ ਪੈਕਟ ਹੋਏ ਹੋਏ ਨੇ। ਉਹਦੇ ਵਿੱਚ ਕਿਸ ਤਰ੍ਹਾਂ ਇਹ ਗੱਲ ਖਾਲਿਸਤਾਨ ਦੀ ਲਹਿਰ ਜਿਹੜੀ ਹੈ ਵਿਸ਼ਵ ਦੇ ਜਿਹੜੀਆਂ ਹੋਰ ਤਾਕਤਾਂ ਨੇ, ਉਹਨਾਂ ਤਾਕਤਾਂ ਨੂੰ ਕਨਵਿੰਸ ਕਰਾ ਸਕੀ ਹੈ, ਲੌਬਿੰਗ ਕਰ ਸਕੀ ਹੈ। ਦੇਖੋ, ਦੇਸ਼ ਬਣਾਉਣਾ ਕੋਈ ਸੌਖਾ ਕੰਮ ਤਾਂ ਹੈ ਨਹੀਂਗਾ ਜੀ। ਮੇਰੇ ਸਾਹਮਣੇ ਇਜ਼ਰਾਈਲ ਦਾ ਐਗਜ਼ਾਮਪਲ ਹੈ ਕਿ ਉਹਨਾਂ ਨੇ ਪਿਛਲੇ ਹਜ਼ਾਰਾਂ ਸਾਲ 'ਚ ਵਰਕਆਊਟ ਕਰਕੇ, ਜਾਂ ਫਲਸਤੀਨ ਦੀ ਗੱਲ ਹੈ, ਜਾਂ ਹੋਰ ਕਿਸੇ ਦੇਸ਼ਾਂ ਦੇ ਵਿੱਚ ਜਿਹੜੀ ਵੈਸਟਰਨ ਪਾਵਰਸ ਨੇ, ਅਮਰੀਕਾ ਵਰਗੀਆਂ ਦਖਲ ਦਿੰਦੀਆਂ ਨੇ, ਪਰ ਉੱਥੇ ਤੱਕ ਤਾਂ ਲਾਡੀ ਲਹਿਰ ਪਹੁੰਚੀ ਨਹੀਂ। ਸੋ ਖੈਰ, ਮੇਰਾ ਕਹਿਣ ਦਾ ਭਾਵ ਕੀ ਸੀ ਕਿ ਇਹਦੇ ਵਿੱਚ ਜਦ ਤੱਕ ਇਸ ਢੰਗ ਦੇ ਨਾਲ ਕੰਮ ਨਹੀਂ ਕੀਤਾ ਜਾਂਦਾ, ਤੇ ਉਹ ਜਿਹੜੀ ਸਾਰੀ ਇੱਕ ਤਰ੍ਹਾਂ ਦਾ ਅਸੀਂ ਦੂਜਿਆਂ ਦੇ ਹੱਥਾਂ ਦੇ ਵਿੱਚ ਹੀ ਵਰਤੇ ਜਾਵਾਂਗੇ। ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਇਸ ਵੇਲੇ ਕੇਂਦਰ ਸਰਕਾਰ ਜਿਹੜੀ ਹੈ, ਬੀਜੇਪੀ ਸਰਕਾਰ, ਪੰਜਾਬ ਦੇ ਵਿੱਚੋਂ ਜਾਂ ਇੱਕ ਨਵਾਂ ਸਿੱਖ ਚਿਹਰਾ ਅੱਗੇ ਲਿਆਉਣਾ ਚਾਹੁੰਦੀ ਹੈ। ਦੇਖੋ, ਦੋ ਗੱਲਾਂ ਨੇ ਸੁਖਵਿੰਦਰ ਜੀ। ਇੱਕ ਤਾਂ ਇਹ ਹੈ ਕਿ ਜਦੋਂ ਬੀਜੇਪੀ ਦਾ ਅਕਾਲੀ ਦਲ ਨਾਲ ਸਮਝੌਤਾ ਸੀਗਾ, ਪ੍ਰਕਾਸ਼ ਸਿੰਘ ਬਾਦਲ ਵਰਗੀ ਟਾਵਰਿੰਗ ਪਰਸਨੈਲਿਟੀ ਦਾ ਉਹਨਾਂ ਦੇ ਨਾਲ ਪੂਰਾ ਰਾਬਤਾ ਸੀਗਾ, ਚਾਹੇ ਵਾਜਪਾਈ ਸੀਗੇ ਤੇ ਚਾਹੇ ਉਹ ਨਰਿੰਦਰ ਮੋਦੀ ਨੇ ਜਾਂ ਅਮਿਤ ਸ਼ਾਹ ਨੇ। ਕਿਸਾਨਾਂ ਦੇ ਜਿਹੜੇ 3 ਬਿੱਲਾਂ ਦੇ ਮੁੱਦੇ ਤੇ ਇਹਨਾਂ ਨੂੰ ਮਜਬੂਰਨ ਆਪਣਾ ਉਹ ਫੈਸਲਾ ਬਦਲ ਕੇ ਉਹਨਾਂ ਨਾਲੋਂ ਇਹਨਾਂ ਨੇ ਤੋੜ ਫੁਸ਼ੜਾ ਕੀਤਾ। ਭਾਵੇਂ ਬੀਜੇਪੀ ਦਾ ਇਹਦੇ 'ਚ ਕੀ ਰੋਲ ਹੈ, ਜਾਂ ਇਹਦੇ 'ਚ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੈਸ਼ਰ ਥੱਲੇ ਆ ਕੇ ਉਸ ਸਮਝੌਤਾ ਤੋੜਿਆ, ਪਰ ਬੀਜੇਪੀ ਜਦੋਂ ਪੰਜਾਬ ਦੇ ਵਿੱਚ ਆਪਣਾ ਇੱਕ ਫੁੱਟਹੋਲਡ ਬਣਾਉਣ ਜਾ ਰਹੀ ਹੈ ਜਾਂ ਉਹ ਵਰਕ ਕਰ ਰਹੀ ਹੈ, ਤਾਂ ਉਸ ਵਾਸਤੇ ਨੈਚੁਰਲੀ ਹੈ ਕਿ ਉਹਨੇ ਆਪਣੇ ਆਪਣੇ ਚਿਹਰੇ ਅੱਗੇ ਲਿਆਣੇ ਨੇ। ਦੂਸਰੀ ਗੱਲ ਜਿਹੜੀ ਹੈ ਕਿ ਇਸ ਵੇਲੇ ਪਹਿਲਾਂ ਕਹਿੰਦੇ ਸੀ ਵੀ 13 ਸੀਟਾਂ ਪੰਜਾਬ ਦੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਨੈਸ਼ਨਲ ਪੋਲਿਟਿਕਸ ਦੇ ਵਿੱਚ, ਜਦੋਂ ਕਿ 543 ਦਾ ਹਾਊਸ ਹੈ। ਪਰ ਜਦੋਂ ਬੀਜੇਪੀ ਦਾ ਜਿਹੜਾ ਗ੍ਰਾਫ ਹੈ, ਪੋਲੀਟੀਕਲ ਗ੍ਰਾਫ ਨੀਵਾਂ ਹੋ ਰਿਹਾ ਹੈ, ਔਰ ਉਹ ਜਿਵੇਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ 1-to-1 ਫਾਈਟ ਦੇਣ ਜਾ ਰਹੀਆਂ ਨੇ, ਕਿਉਂਕਿ 2014 ਤੇ 19 ਦੇ ਵਿੱਚ ਜਿਹੜੀ ਬੀਜੇਪੀ ਦੀ ਵੋਟ ਹੈ 40% ਤੋਂ ਵਧੀ ਨਹੀਂ, 60% ਤਾਂ ਇਹਨਾਂ ਦੇ ਖਿਲਾਫ ਭੁਗਤੀ ਹੈ। ਜਦੋਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ, ਤਾਂ ਉਹਨਾਂ ਵਾਸਤੇ ਇੱਕ ਸੀਟ ਮਾਇਨੇ ਰੱਖ ਰਹੀ ਹੈ ਬੀਜੇਪੀ ਵਾਸਤੇ। ਤੇ ਉਸ ਵਾਸਤੇ ਜਦੋਂ ਹੁਣ ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਆ ਰਹੀਆਂ ਨੇ, ਤਾਂ ਉਹਨਾਂ ਨੇ ਸਿੱਖ ਹਮਦਰਦੀ ਲੈਣੀ ਹੈ, ਸਿੱਖਾਂ ਦੀ ਵੋਟਾਂ ਲੈਣੀਆਂ ਨੇ। ਕਿਉਂਕਿ ਜਿਹੜੀ ਲੜਾਈ ਮੈਨੂੰ ਮਹਿਸੂਸ ਹੋ ਰਿਹਾ ਕਿ ਜੇਕਰ ਅਕਾਲੀ ਦਲ ਐਜ਼ ਰੀਜਨਲ ਪਾਰਟੀ
ਅਗਰ ਦੁਬਾਰਾ ਰਿਵਾਈਵ ਕਰਕੇ ਸਿੱਖ ਮਨਾਂ ਦੀਆਂ ਜਾਂ ਸਿੱਖਾਂ ਦੀ ਜਿਹੜੀ ਭਾਵਨਾਵਾਂ ਨੂੰ ਆਪਣੇ ਨਾਲ ਜੋੜ ਲੈਂਦਾ ਤਾਂ ਇਹਦੇ ਚ ਕੋਈ ਵੋਟ ਸ਼ੇਅਰ ਮਿਲ ਜਾਏਗਾ, ਕਿਉਂਕਿ ਪਹਿਲਾਂ ਦਾ ਵੋਟ ਸ਼ੇਅਰ 18% ਤੋਂ ਵੀ ਘਟ ਗਿਆ ਹੋਇਆ ਹੈ। ਬੀਐਸਪੀ ਨਾਲ ਸਮਝੌਤਾ ਕਰਕੇ ਵੀ ਇਹਨਾਂ 18 ਜਾਂ 20% ਜੇ ਵੋਟ ਬਣਦੀ ਹੈ ਤਾਂ ਦੇ ਆਰ ਨਾਟ ਏਬਲ ਟੂ ਕ੍ਰਾਸ ਦੈਟ ਥ੍ਰੈਸ਼ਹੋਲਡ, ਜਿਹਦੇ ਕਿ ਇਹਨਾਂ ਨੂੰ 5 ਸੀਟਾਂ ਆ ਜਾਣ। ਸੋ ਇਸ ਵਾਸਤੇ ਜਿਹੜੀ ਲੜਾਈ ਹੈ ਇਹ ਤਾਂ ਬੀਜੇਪੀ ਬਣਾ ਹੀ ਰਹੀ ਹੈ ਨਾ ਜੀ, ਉਹ ਲੜਾਈ ਬਣਾ ਰਹੀ ਹੈ ਪੰਜਾਬ ਦੇ ਵਿੱਚ। ਉਸ ਵਾਸਤੇ ਉਹ ਇਹ ਯਤਨ ਕਰ ਰਹੇ ਨੇ ਕਿ ਇੱਕ ਐਸਾ ਚਿਹਰਾ ਅੱਗੇ ਲਿਆਂਦਾ ਜਾਵੇ ਜੋ ਮਤਲਬ ਆਪਾਂ ਕੰਸੂਆਂ ਸੁਣ ਰਹੇ ਹਾਂ ਜਾਂ ਪ੍ਰੈਸ ਰਿਪੋਰਟ ਜਿਹੜੀ ਸਾਹਮਣੇ ਆ ਰਹੀਆਂ ਨੇ, ਪਰ ਇਹਦੇ ਚ ਕੌਣ ਬੰਦਾ ਆਏਗਾ ਕਿ ਉਹ ਰੀਅਲੀ ਜਿਹੜੇ ਸਿੱਖ ਇਸ਼ੂਜ਼ ਨੇ ਉਹਨੂੰ ਐਡਰੈਸ ਕਰ ਸਕੇਗਾ। ਦੂਸਰੀ ਗੱਲ ਇਹ ਹੈ ਸੁਖਵਿੰਦਰ ਜੀ ਕਿ ਜੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਸ ਦੇ ਵਿੱਚ ਚਾਹੇ ਬੰਦੀ ਸਿੱਖਾਂ ਦਾ ਹੈ, ਚਾਹੇ ਉਹ ਗੁਰਦੁਆਰਾ ਐਕਟ ਦਾ ਮਸਲਾ ਹੈਗਾ ਹੈ, ਤੇ ਜਾਂ ਉਹ ਐਸਜੀਪੀਸੀ ਦੇ ਰਾਹੀਂ ਸਿੱਖਾਂ ਦੀ ਹਮਦਰਦੀ ਲੈਣ ਦਾ ਇਸ਼ੂ ਹੈਗਾ, ਉਹਦੇ ਵਿੱਚ ਤਾਂ ਜਿਹੜੀ ਕੇਂਦਰ ਸਰਕਾਰ ਹੈ, ਜਿਹੜੀ ਕੰਪੀਟੀਟਿਵ ਪੋਲਿਟਿਕਸ ਆਮ ਆਦਮੀ ਪਾਰਟੀ ਨਾਲ ਚੱਲ ਰਹੀ ਉਹਨਾਂ ਦੀ ਬੀਜੇਪੀ ਦੀ, ਉਹਦੇ ਵਿੱਚ ਬੀਜੇਪੀ ਜ਼ਰੂਰ ਨੰਬਰ ਬਣਾਏਗੀ ਆਪਣੇ, ਕਿਉਂਕਿ ਜਦੋਂ ਬੰਦੀ ਸਿੱਖਾਂ ਦਾ ਜਿਹੜਾ ਹੱਲ ਮਸਲਾ ਨਹੀਂ ਹੱਲ ਹੋ ਰਿਹਾ, ਹੋ ਸਕਦਾ ਹੈ ਇਹ ਜਿਹੜੇ ਮਿਨਿਸਟਰ ਆਣ ਜਿਹੜੇ ਵੀ ਆਣ ਇਹ ਬੰਦੀ ਸਿੱਖਾਂ ਦੇ ਮਸਲੇ ਨੂੰ ਐਡਰੈਸ ਕਰਨ, ਕੋਈ 2-4 ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਮਤਲਬ ਰਿਹਾ ਕਰਵਾਉਣ 'ਚ ਸਫਲ ਹੋ ਸਕਣ, ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਗੁਰਦੁਆਰਾ ਐਕਟ ਜਿਹੜਾ ਹੈ ਉਹ ਜਿਹੜਾ ਭਗਵੰਤ ਸਿੰਘ ਸਰਕਾਰ ਨੇ ਪਾਸ ਕਰਕੇ ਗਵਰਨਰ ਕੋਲ ਭੇਜ ਦਿੱਤਾ ਹੈ, ਉਹਦੇ ਪਿੱਛੇ ਜਿਹੜੀ ਸਾਰੀ ਵਿਰੋਧ ਹੋ ਰਿਹਾ ਹੈ, ਉਸ ਵਿਰੋਧ ਦੇ ਪਿੱਛੇ ਜੋ ਵੀ ਕੰਮ ਹੋ ਰਿਹਾ ਹੈ ਉਹਦੇ 'ਚ ਬੀਜੇਪੀ ਦਾ ਜਿਹੜਾ ਮਿਨਿਸਟਰ ਜਾਂ ਬੀਜੇਪੀ ਸਰਕਾਰ ਕੇਂਦਰ ਸਰਕਾਰ ਅਗਰ ਇਹਨਾਂ ਦੀ ਮਦਦ ਕਰ ਦਿੰਦੀ ਹੈ ਜਾਂ ਇਹਨਾਂ ਦੇ ਨਾਲ ਖੜਦੀ ਹੈ ਤਾਂ ਵੀ ਇਹ ਜਿਹੜੀ ਹਮਦਰਦੀ ਹੈ ਅਕਾਲੀ ਪੋਲਿਟਿਕਸ ਦੀ ਜਾਂ ਸਿੱਖਾਂ ਦੀ ਹਮਦਰਦੀ ਮਿਲ ਸਕਦੀ ਬੀਜੇਪੀ ਨੂੰ। ਪਰ ਕੀ ਅਕਾਲੀ ਦਲ ਇਹ 'ਚ ਆਪਣਾ ਕੋਈ ਫਾਇਦਾ ਲੈ ਸਕਦਾ? ਜੇ ਤਾਂ ਅਕਾਲੀ ਦਲ ਦੇ ਕੈਂਪ ਚੋਂ ਵਿੱਚੋਂ ਕੋਈ ਬੰਦਾ ਮਿਨਿਸਟਰ ਬਣਦਾ ਤੇਰੀ ਕਿ ਕੋਈ ਸੰਭਾਵਨਾ ਨਹੀਂ, ਅਗਰ ਉਹ ਆਪਣਾ ਕੋਈ ਲਾਲਪੁਰੇ ਵਰਗਾ ਬੰਦਾ ਜਾਂ ਹੋਰ ਬੰਦੇ ਲੈ ਕੇ ਆਉਂਦੇ ਨੇ ਤਾਂ ਉਹ ਜ਼ਰੂਰੀ ਹੈ ਕਿ ਇਸ਼ੂ ਨੂੰ ਐਡਰੈਸ ਕਰੇਗਾ, ਸਿੱਖਾ ਪੰਜਾਬ ਵਿੱਚ ਆਪਣਾ ਫੁੱਟਹੋਲਡ ਬਣਾਏਗਾ। ਪਰ ਦੂਜੇ ਪਾਸੇ ਗੱਲ ਇਹ ਵੀ ਹੈ ਨਾ, ਜਿਹੜੇ ਸਾਡੇ ਸੰਵੇਦਨਸ਼ੀਲ ਹਲਕੇ ਜਿਹੜੇ ਸਾਡੇ ਵਰਗੇ ਸੋਚਦੇ ਨੇ ਕਿ ਜਦੋਂ ਬੀਜੇਪੀ ਦਾ ਜਿਹੜਾ ਏਜੰਡਾ ਹੈ ਉਹ ਹਿੰਦੂ ਰਾਸ਼ਟਰ ਦਾ ਹੈ, ਯੂਨੀਫਾਰਮ ਸਿਵਲ ਕੋਡ ਲਿਆ ਰਹੇ ਨੇ, ਉਹ ਇਹਨਾਂ ਮਾਈਨੋਰਿਟੀਜ਼ ਨੂੰ ਨੁਕਸਾਨ ਪਹੁੰਚੇਗਾ, ਜਿਹੜੀ ਸਾਡੀ ਹਿੰਦੁਸਤਾਨ ਦੀ ਡਾਈਵਰਸਿਟੀ ਹੈ ਉਸ ਨੂੰ ਨੁਕਸਾਨ ਪਹੁੰਚੇਗਾ। ਭਾਵੇਂ ਯੂਸੀਸੀ ਦੇ ਮੁੱਦੇ ਤੇ ਅਕਾਲੀ ਦਲ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ, ਪਰ ਕੀ ਤੁਸੀਂ ਸਪਸ਼ਟ ਕਹਿ ਸਕਦੇ ਹੋ ਕਿ ਅਗਰ ਫਰਜ਼ ਕਰੋ ਕੱਲ ਨੂੰ ਬੀਜੇਪੀ ਅਕਾਲੀ ਦਲ ਦੇ ਨਾਲ ਕੋਈ ਸਮਝੌਤਾ ਕਰਨ ਵਾਸਤੇ ਆਫਰ ਕਰਦੀ ਹੈ ਜਾਂ 50-50 ਜਾਂ 40-40 ਆਪ ਲੈਂਦੀ ਹੈ ਸੀਟਾਂ ਜਾਂ 60% ਅਕਾਲੀ ਦਲ ਨੂੰ ਦਿੰਦੀ ਹੈ, ਤਾਂ ਕੀ ਅਕਾਲੀ ਦਲ ਉਹ ਤੇ ਇਨਕਾਰ ਕਰ ਦੇਗਾ ਸਮਝੌਤੇ ਵਾਸਤੇ? ਇਹ ਤੁਹਾਡੇ ਵਾਸਤੇ ਬੜਾ ਇਸ਼ੂ ਆਏਗਾ। ਇੱਕ ਪਾਸੇ ਯੂਸੀਸੀ ਦੇ ਮੁੱਦੇ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ, ਇੱਕ ਪਾਸੇ ਜਿਹੜੀ ਪਾਵਰ ਪੋਲਿਟਿਕਸ ਹੈ, ਪਾਵਰ ਪੋਲਿਟਿਕਸ ਦੇ ਵਿੱਚ ਬੀਜੇਪੀ ਦਾ ਮੁਕਾਬਲਾ ਵੀ ਹੋਏਗਾ, ਅਕਾਲੀ ਦਲ ਜੇ ਸਮਝੌਤਾ ਨਹੀਂ ਹੁੰਦਾ ਤਾਂ ਜਿਵੇਂ ਜਲੰਧਰ ਦੀ ਸਾਡੀ ਸੀਟ ਹੈ 4 ਕਾਰਨਰ ਕੰਟੈਸਟ ਹੋਏ ਨੇ, ਅਗਰ 4 ਕਾਰਨਰ ਕੰਟੈਸਟ ਹੁੰਦੇ ਨੇ ਤਾਂ ਜਿਹੜੀ ਵੱਡੀ ਧਿਰ ਹੈ ਉਹ ਜਿੱਤ ਵੀ ਸਕਦੀ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਵੀ ਚੱਲ ਸਕਦਾ ਹੈ। ਸੋ ਮੈਂ ਸਮਝਦਾ ਕਿ ਇਸ ਲਈ ਜਿਹੜੇ ਸਾਡੇ ਜਿੱਥੋਂ ਤੱਕ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਸਿੱਖ ਇਸ਼ੂਜ਼ ਨੇ ਜਿਹੜੇ ਇਸ ਲਈ ਸਾਨੂੰ ਬੜੇ ਪ੍ਰਿਕ ਕਰ ਰਹੇ ਨੇ, ਚਾਹੇ ਉਹ ਐਸਜੀਪੀਸੀ ਦਾ ਮੁੱਦਾ ਹੈ, ਚਾਹੇ ਐਕਟ ਪਾਸ ਕਰਨ ਦਾ ਹੈ, ਜਾਂ ਜਿਹੜੀ ਹਰਿਆਣਾ ਕਮੇਟੀ ਬਣੀ ਹੈ, ਜਾਂ ਇਸ ਪਾਸੇ ਜਿਹੜੀ ਅਕਾਲੀ ਦਲ ਦਾ ਜਿਹੜਾ ਉਹਨਾਂ ਦਾ ਸਾਥ ਹੈ। तो मैं महसूस करता कि ये जड़ा बीजेपी एक गेम खेड रही है, एक पत्ता चला रही है, वो पत्ता किहड़े पासे बैठेगा ये आने वाला समा दसेगा। पर मूल मुद्दा इसलिए पॉलिटिकल है, बीजेपी अपना गेम खेड रही है। पर हैरानी की गल सुखविंदर जी है कि अकाली दल वालों कोई भी एक्टिविटी नहीं की जा रही, ना कोई कॉन्फ्रेंस की जा रही है, ना कोई मार्च कड्ढे जा रहे हैं, ना कोई बयान दिते जा रहे हैं। छोटे छोटे बयान जिहड़े ने वो दूजे दे जांदे ने, पर एक वड्डा जिसनूं आपां कहणे गेम चेंजर एक्शन जिहड़ा अकाली दल लोग किते भी नहीं हो रहा, वो सारा कुछ धामी साहब ते छड्डिया होया है, सारा कोई अकाल तख्त जथेदार ते छड्ड दित्ता होया। सो मैं समझदा कि इत्थे आके अकाली दल जिहड़ा है अगे जाके मार खा सकदा है, सिखां दी भावना नूं एक वारी फिर नुकसान होएगा, फिर जिहड़े सिख बिटरेल महसूस करनगे। ते जेकर बीजेपी मान लो 2-4 सीटां कढ के लै जांदी पंजाब दे विचों तां साडे वास्ते बड़ा नमोशी वाली गल होएगी कि साडी रीजनल पार्टी किसी तरीके नाल रिवाइव नहीं हो पाई, ते दूसरा वो पंथक वोट बैंक नूं नाल नहीं लै सकी, ते फिर बीजेपी दी झोली चढ़ गई। ये जिहड़ा मतलब जिहड़ा सारा बनेगा ना जी, ये बड़ा सिनोरिया जिहड़ा है ना आने वाले समय 2024 च भी ते 2027 दे विच ये तां बड़ा एक जिहड़े दूजे नतीजे निकलणगे, ते सिख पॉलिटिक्स जिहड़ी एक वारी फिर कह सकते हैं कि वो आइसोलेशन चली जाएगी, जिहड़ी रेडिकल पॉलिटिक्स है।
ਕਿਉਂਕਿ ਮੂਲ ਮੁੱਦਾ ਤਾਂ ਸੁਖਵਿੰਦਰ ਇੱਕ ਮਿੰਟ, ਮੂਲ ਮੁੱਦਾ ਤਾਂ ਇਹ ਹੈ ਕਿ ਜਿਹੜੀ ਰੈਡੀਕਲ ਪੋਲਿਟਿਕਸ ਹੈ ਨਾ ਜੀ, ਜਾਂ ਪੰਥਕ ਪੋਲਿਟਿਕਸ ਹੈ, ਉਹ ਵੀ ਤਾਂ ਪੰਜਾਬ ਦੇ ਇਸ਼ੂਜ਼ ਨੂੰ ਐਡਰੈਸ ਨਹੀਂ ਨਾ ਕਰ ਰਹੀ। ਚਾਹੇ ਉਹ ਰਿਵਾਈਵਲ ਦਾ ਮੁੱਦਾ ਹੈ, ਚਾਹੇ ਐਗਰੀਕਲਚਰ ਦਾ ਮੁੱਦਾ ਹੈ, ਚਾਹੇ ਐਜੂਕੇਸ਼ਨ ਦਾ ਮੁੱਦਾ ਹੈ, ਇਨਫਰਾਸਟ੍ਰਕਚਰ ਦਾ ਮੁੱਦਾ ਹੈ, ਨਸ਼ਿਆਂ ਦਾ, ਬੇਰੁਜ਼ਗਾਰੀ ਦਾ, ਜਾਂ ਜਿਹੜਾ ਮਤਲਬ ਲੋਕ ਬਾਹਰ ਜਾ ਰਹੇ ਨੇ ਉਹ ਹੈ, ਜਾਂ ਇੱਕ ਨਵੇਂ ਪੰਜਾਬ ਦੀ ਉਸਾਰੀ ਵਾਸਤੇ ਕੋਈ ਨਵਾਂ ਮਾਡਲ ਦੇਣਾ, ਜਿਹਨੂੰ ਮੈਂ ਕਰਤਾਰਪੁਰੀ ਮਾਡਲ ਨੂੰ ਜਿਹੜਾ ਵਿਕਾਸ ਕੀਤਾ, ਕਰਤਾਰਪੁਰੀ ਮਾਡਲ ਦਾ ਜਿਹੜਾ ਵਿਕਾਸ ਹੈ ਕਰਕੇ ਵਿਕਾਸ ਮਾਡਲ ਦਿੱਤਾ ਜਾਵੇ, ਉਹ ਵੀ ਤਾਂ ਕਿਤੇ ਨਾ ਇਹ ਰੈਡੀਕਲ ਪੋਲਿਟਿਕਸ ਦੇ ਰਹੀ ਹੈ ਤੇ ਨਾ ਹੀ ਸਥਾਪਿਤ ਅਕਾਲੀ ਦਲ ਦੇ ਰਿਹਾ। ਇਹਦੇ 'ਚ ਜਦੋਂ ਦੂਸਰੇ ਧਿਰ ਆ ਕੇ ਗੱਲ ਕਰਨਗੀਆਂ ਤਾਂ ਮੇਰਾ ਖਿਆਲ ਹੈ ਕਿ ਵੱਡਾ ਪੰਜਾਬ ਦਾ ਜਿਹੜਾ ਹਿੱਸਾ ਹੈ ਉਹਨਾਂ ਵੱਲ ਜਾਣ ਦਾ ਕੋਈ ਮਤਲਬ ਰੋਕ ਨਹੀਂ ਸਕੇਗਾ। ਥੈਂਕ ਯੂ। ਹਾਂਜੀ ਭਾਈ ਸਾਹਿਬ, ਇਹਦੇ ਵਿਚਾਲੇ ਮੇਰਾ ਆਖਰੀ ਸਵਾਲ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਹੋਈ ਸੀ ਤਾਂ ਬੜੇ ਤਰੀਕੇ ਦੀਆਂ ਚਰਚਾਵਾਂ ਸੀ ਕਿ ਇਹਦੇ ਸਿੱਟੇ ਕੀ ਨਿਕਲਣਗੇ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਬੰਦ ਹੈ, ਹੁਣ ਇਹ ਚਰਚਾਵਾਂ ਹੋ ਰਹੀਆਂ ਲਗਾਤਾਰ, ਉਹਨਾਂ ਦੀ ਪਤਨੀ ਵਕੀਲ ਵੱਲੋਂ ਤੇ ਜਿਹੜਾ ਦਲਜੀਤ ਕਲਸੀ ਸਾਥੀ ਹੈ ਉਹਦੀ ਪਤਨੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇ ਜੇਲ੍ਹ 'ਚ ਭੁੱਖ ਹੜਤਾਲ ਕੀਤੀ ਹੋਈ ਹੈ। 28 ਤਰੀਕ ਤੋਂ ਭੁੱਖ ਹੜਤਾਲ ਤੇ ਆ, ਉਹਨਾਂ ਦੇ ਸਾਥੀ ਵੀ ਭੁੱਖ ਹੜਤਾਲ ਤੇ ਨੇ, ਤੇ ਕਹਿੰਦੇ ਖਾਣੇ ਦੇ ਵਿੱਚ ਤੰਬਾਕੂ ਦਿੱਤਾ ਜਾ ਰਿਹਾ ਜਾਂ ਉਸ ਕਿਸਮ ਦਾ ਵਰਤਾਰਾ, ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ ਵਕੀਲਾਂ ਦੇ ਨਾਲ। ਇਹ ਬਹੁਤ ਸਾਰੇ ਸਵਾਲ ਖੜੇ ਕਰਦਾ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਵੀ ਹੁਣ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਇਹੋ ਜਿਹਾ ਕੁਝ ਨਹੀਂ, ਪਰ ਇਸ ਖਬਰ ਨੂੰ ਖਬਰ ਦਾ ਬਾਹਰ ਆਉਣਾ ਤੇ ਖਬਰ ਨੂੰ ਹਵਾ ਦੇਣਾ, ਇਹ ਆਪਣੇ ਆਪ 'ਚ ਇਹ ਵੀ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੰਮ੍ਰਿਤਪਾਲ ਉਹਨਾਂ ਦੇ ਖਿਲਾਫ ਅਜਨਾਲਾ ਥਾਣੇ ਵਾਲਾ ਹੁਣ ਪਰਚਾ ਬਾਹਰ ਆਇਆ ਹੈ, ਕਿ ਉਹਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ, ਕਿ ਇੱਥੇ ਹੁਣ ਅਗਲੀ ਕਾਰਵਾਈ ਸਾਰੀ ਚੱਲੇਗੀ, ਇਹ ਸਾਰਾ ਕੁਝ ਕੀ ਹੈ? ਕਿਉਂਕਿ ਐਨਐਸਏ ਲੱਗਿਆ ਹੋਇਆ, ਉਹਦਾ ਵਿਰੋਧ ਲਗਾਤਾਰ ਜਾਰੀ ਹੈ, ਜਾਂ ਉਹ ਉਸ ਤਰੀਕੇ ਦੇ ਨਾਲ ਜਿਵੇਂ ਧਾਮੀ ਸਾਹਿਬ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਜਿਹੜੇ ਬੇਕਸੂਰ ਨੇ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ, ਕਸੂਰਵਾਰਾਂ ਤੇ ਕਹਿੰਦੇ ਭਾਵੇਂ ਤੁਸੀਂ ਜਿਸ ਤਰੀਕੇ ਦੀ ਕਾਰਵਾਈ ਕਰਨੀ ਹੈ। ਤਾਂ ਹੁਣ ਜਦੋਂ ਅੰਮ੍ਰਿਤਪਾਲ ਨੂੰ ਫੇਰ ਤੋਂ ਉਭਾਰਿਆ ਜਾਂਦਾ ਜਾਂ ਉਹਦੇ ਮੈਟਰ ਨੂੰ ਇਸ ਤਰੀਕੇ ਨਾਲ ਹਵਾ ਦਿੱਤੀ ਜਾਂਦੀ ਹੈ, ਤਾਂ ਇਹਦੇ ਕੀ ਅਰਥ ਸਮਝੇ ਜਾਣ? ਦੇਖੋ ਸੁਖਵਿੰਦਰ ਜੀ, ਜਿਹੜਾ ਅੰਮ੍ਰਿਤਪਾਲ ਸਿੰਘ ਫਿਨੋਮੀਨਨ ਹੈ ਨਾ ਜੀ, ਇਹ ਪੰਜਾਬ ਦੀ ਪੋਲਿਟਿਕਸ ਵਾਸਤੇ ਜਾਂ ਜਿਹੜੇ ਸਾਰੇ ਸੰਘਰਸ਼ੀ ਲੋਕ ਨੇ ਜਾਂ ਨਵੀਂ ਯੂਥ ਦਾ ਜਿਹੜਾ ਇੱਕ ਇੰਤਜ਼ਾਰ ਕੀਤੀ ਜਾਂਦੀ ਹੈ, ਮਹਿਸੂਸ ਕੀਤਾ ਜਾਂਦਾ ਹੈ ਕਿ ਕੋਈ ਲੀਡਰ ਨਿਕਲੇਗੀ, ਜਿਹੜੀ ਕਿ ਲੀਡਰਸ਼ਿਪ ਨਿਕਲੇਗੀ ਜਿਹੜੀ ਕਿ ਪੰਜਾਬ ਦੇ ਮੁੱਦਿਆਂ ਨੂੰ ਜਾਂ ਪੰਜਾਬ ਦੇ ਜਿਹੜੇ ਸੰਘਰਸ਼ ਦੀ ਇਸ ਲੜੀ ਨੂੰ ਜਾਂ ਕਾਫਲੇ ਨੂੰ ਅੱਗੇ ਲੈ ਕੇ ਜਾਏਗੀ। ਇਸ ਵਾਸਤੇ ਪਿਛਲੇ ਸਾਲ ਜਦੋਂ ਉਹਨਾਂ ਨੇ ਵਰਕਆਊਟ ਕੀਤਾ 5-6 ਮਹੀਨੇ ਤੇ ਇੱਕ ਆਸ ਜਾਗੀ ਸੀ। ਉਹ ਜਿਸ ਢੰਗ ਦੇ ਨਾਲ ਵੀ ਉਹਨਾਂ ਨੇ ਕੰਮ ਕੀਤਾ ਜਾਂ ਜਿਸ ਢੰਗ ਦੇ ਨਾਲ ਉਹਨਾਂ ਨੇ ਮਤਲਬ ਯੂਥ ਨੂੰ ਆਰਗੇਨਾਈਜ਼ ਕੀਤਾ ਨਸ਼ਿਆਂ ਦੇ ਖਿਲਾਫ, ਤਾਂ ਜਿਹੜੀ ਅੰਮ੍ਰਿਤਸਰ ਪਰ ਛਕਾਉਣ ਦੀ ਲਹਿਰ ਸ਼ੁਰੂ ਕੀਤੀ, ਇਸ ਦੇ ਨਾਲ ਉਹਨਾਂ ਨੂੰ ਇੱਕ ਬੜੇ ਵੱਡੇ ਸਿੱਖਾਂ ਦੇ ਸੈਕਸ਼ਨ ਦੀ ਹਮਾਇਤ ਮਿਲ ਗਈ ਸੀ, ਇਸ ਕੋਈ ਦੋ ਰਾਵਾਂ ਨਹੀਂ। ਲੇਕਿਨ ਜਿਹੜੀ ਡੀਪ ਸਟੇਟ ਹੈ ਨਾ ਜੀ, ਡੀਪ ਸਟੇਟ ਜਿਹੜੀ ਹੈ ਉਹ ਇਸ ਪਾਸੋਂ ਜਦੋਂ ਐਨਾਲਿਸਿਸ ਕਰਦੀ ਹੈ ਜਾਂ ਕੀਤਾ ਹੋਏਗਾ ਉਹਨਾਂ ਨੇ ਵੀ ਇਹ ਜਿਹੜਾ ਲੜਕਾ ਹੈ ਜਿਹਦੇ ਨਾਲ ਜਿਸ ਢੰਗ ਦੇ ਲੋਕਾਂ ਦੇ ਨਾਲ ਸਪੋਰਟ ਮਿਲ ਰਹੀ ਹੈ, ਇਹ ਅੱਗੇ ਜਾ ਕੇ ਕਿਤੇ ਨਾ ਕਿਤੇ ਰੂਪ ਵਿੱਚ ਖਤਰਾ ਬਣੇਗਾ ਸਟੇਟ ਵਾਸਤੇ। ਕਿਉਂਕਿ ਖਾਲਿਸਤਾਨ ਦਾ ਇਸ਼ੂ ਤਾਂ ਉਹ ਲੈ ਹੀ ਰਹੇ ਸੀਗੇ, ਜਿਹੜਾ ਕਿ ਬਾਹਰਲੇ ਦੇਸ਼ਾਂ ਦੀ ਸਪੋਰਟ ਵੀ ਮਿਲ ਰਹੀ ਸੀ ਉਸਨੂੰ, ਜਿਹੜੀ ਇੱਕ ਤਰ੍ਹਾਂ ਦਾ ਸਪੇਸ ਬਣੀ ਹੋਈ ਸੀ ਪੰਜਾਬ ਪੋਲਿਟਿਕਸ ਦੇ, ਪੰਥਕ ਪੋਲਿਟਿਕਸ ਦੇ ਵਿੱਚ, ਉਹ ਸਪੇਸ ਉਹ ਭਰਨ ਦਾ ਯਤਨ ਕੀਤਾ ਉਸ ਬੰਦੇ ਨੇ। ਪਰ ਰਾਜਨੀਤਿਕ ਵਾਲੇ ਪਾਸੇ ਨਹੀਂ ਗਿਆ ਜੀ, ਨਾ ਰਾਜਨੀਤਿਕ ਉਸਦੇ ਜਿਹੜਾ ਇਸ਼ੂਜ਼ ਉਸਨੂੰ ਆਰਗੇਨਾਈਜ਼ ਕੀਤਾ ਆਪਣੀ ਜਥੇਬੰਦੀ ਨੂੰ। ਐਜੀਪੀਸੀ ਇਲੈਕਸ਼ਨ ਬਾਰੇ ਜ਼ਰੂਰ ਕਰਦੇ ਰਹੇ ਗੱਲਾਂ, ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨਾਲ ਮੀਟਿੰਗਾਂ ਹੋਈਆਂ। ਸੋ ਮੇਰਾ ਕਹਿਣ ਦਾ ਭਾਵ ਕੀ ਹੈ ਕਿ ਜੋ ਅੰਮ੍ਰਿਤਪਾਲ ਸਿੰਘ ਫਿਨੋਮੀਨਨ ਹੈ ਜੀ, ਇਸ ਨੂੰ ਜਿਹੜਾ ਸਮਝੀਏ ਤਾਂ ਇੱਕ ਇਹ ਗੱਲ ਜ਼ਰੂਰ ਸਮਝ ਲੱਗਦੀ ਹੈ ਕਿ ਇੱਕ ਆਲਟਰਨੇਟਿਵ ਪੋਲਿਟਿਕਸ ਆ ਸਕਦੀ ਸੀ, ਪਰ ਕੀ ਅੰਮ੍ਰਿਤਪਾਲ ਸਿੰਘ ਉਸ ਅਨੁਸਾਰ ਉਹ ਜਿਹੜੀ ਆਲਟਰਨੇਟਿਵ ਪੋਲਿਟਿਕਸ ਲਿਆਉਣ ਦੇ ਸਮਰੱਥ ਸੀਗਾ? ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਜਦ ਤੁਸੀਂ ਇੱਕ ਖਾਲਿਸਤਾਨ ਦਾ ਜਿਹੜਾ ਇਸ਼ੂ ਹੈ ਜਾਂ ਨਾਰਾ ਹੈ ਪਿਛਲੇ ਸਮਿਆਂ ਤੋਂ ਲਗਾਤਾਰ ਲੱਗਦਾ ਆ ਰਿਹਾ ਹੈ ਕਿ ਸਾਨੂੰ ਚਾਹੀਦਾ, ਤਾਂ ਉਸ ਦੇ ਵਿੱਚ ਉਸਨੇ ਆਪਣੀ ਐਡੀਸ਼ਨ ਹੀ ਕਰ ਦਿੱਤੀ ਕਿ ਜੇ ਸਿਮਰਜੀਤ ਸਿੰਘ ਮਾਨ ਕਰਦਾ ਜਾਂ ਦਾਲ ਖਾਲਸਾ ਡਿਕਲੇਅਰ ਕਰਦਾ ਹੈ ਤਾਂ ਇਹ ਅੰਮ੍ਰਿਤਪਾਲ ਸਿੰਘ ਨੇ ਵੀ ਕੀਤੀ ਗੱਲ। ਪਰ ਮੈਂ ਇਹ ਗੱਲ ਪਹਿਲਾਂ ਕਹਿ ਚੁੱਕਾ ਵੀ ਖਾਲਿਸਤਾਨ ਦੀ ਲਹਿਰ ਨੂੰ ਵੀ ਤਾਂ ਆਰਗੇਨਾਈਜ਼ ਨਹੀਂ ਕੀਤਾ ਜਾ ਸਕੇ ਨਾ ਅੱਜ ਤੱਕ। ਮਤਲਬ ਵੱਡੇ ਤੌਰ ਤੇ ਅਗਰ ਨਾਰੇ ਤੋਂ ਨਿਕਲ ਕੇ ਅਗਰ ਗਰਾਊਂਡ ਤੇ ਉਤਾਰ ਕੇ ਜਿਹੜੇ ਸਾਡੇ ਡੇ ਟੂ ਡੇ ਸਿੱਖ ਇਸ਼ੂਜ਼ ਹੈਗੇ ਨੇ, ਇੰਸਟੀਟਿਊਸ਼ਨ ਰਿਵਾਈਵਲ ਦੇ ਇਸ਼ੂਜ਼ ਹੈਗੇ ਨੇ, ਧਰਮ ਪ੍ਰਚਾਰ ਦੇ ਇਸ਼ੂਜ਼ ਹੈਗੇ ਨੇ, ਨਵੀਂ ਲੀਡਰਸ਼ਿਪ ਦੇ ਇਸ਼ੂਜ਼ ਹੈਗੇ ਨੇ, ਸੈਂਟਰ ਨਾਲ ਕੀ ਰਿਲੇਸ਼ਨ ਸਾਡੇ ਹੋਣਗੇ, ਪੰਜਾਬ ਦੇ ਕੀ ਰਿਲੇਸ਼ਨ ਨੇ ਉਹਦੇ ਇਸ਼ੂਜ਼ ਹੈਗੇ ਨੇ, ਜਾਂ ਇੰਟਰਨੈਸ਼ਨਲ ਜਿਹੜੀ ਤਾਕਤਾਂ ਜਿਹੜੀਆਂ ਨੇ ਉਹ ਕਿਵੇਂ ਵਰਕਆਊਟ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਅਨੁਸਾਰ ਇਸ ਨੂੰ ਲੋਕ ਅਡਾਪਟ ਕਰਦੇ ਨੇ। ਇਸ ਵਾਸਤੇ ਵੀ ਤਾਂ ਜਿਹੜਾ ਵਰਕਆਊਟ ਕਰਨਾ ਚਾਹੀਦਾ ਸੀ ਉਸਨੂੰ। ਜਿਹੜੀ ਮੈਂ ਜਦੋਂ ਉਸਨੇ ਜੋ ਮੀਟਿੰਗ ਕੀਤੀ, ਮੇਰੇ ਕੋਲ ਮੇਰਾ ਇੱਕ ਪਰਸਨਲ ਐਕਸਪੀਰੀਅੰਸ ਹੈ
ਅਸੀਂ ਉਸ ਨੂੰ ਇਸ ਗੱਲ ਬਾਰੇ ਕਨਵਿੰਸ ਕਰਨ ਦਾ ਯਤਨ ਕੀਤਾ ਸੁਖਵਿੰਦਰ, ਤੁਸੀਂ ਇਹਨਾਂ ਇਸ਼ੂ ਤੇ ਆ ਕੇ ਕੰਮ ਕਰੋ। ਪੋਲੀਟੀਕਲ ਜਿਹੜੀ ਸਪੇਸ ਹੈ ਉਸ ਨੂੰ ਭਰੋ, ਨਾ ਕਿ ਜਜ਼ਬਾਤੀ ਸਪੇਸ ਨੂੰ ਭਰੋ। ਜਜ਼ਬਾਤ ਤਾਂ ਬੈਠੇ ਪਏ ਨੇ। ਸੋ ਉਸ ਵਾਸਤੇ ਜੋ ਡੀਪ ਸਟੇਟ ਨੇ ਮਹਿਸੂਸ ਕੀਤਾ ਵੀ ਇਹ ਬੰਦਾ ਕਿਤੇ ਨਾ ਕਿਤੇ ਸਾਡੇ ਵਾਸਤੇ ਖਤਰਾ ਹੈ। ਤੇ ਜੋ ਜਨਾਲਾ ਕਾਂਡ ਹੋਇਆ ਉਹ ਗਲਤ ਹੋਇਆ, ਠੀਕ, ਉਹ ਵੱਖਰਾ ਵਿਸ਼ਾ ਹੈ। ਜੋ ਜਨਾਲੇ ਕਾਂਡ ਹੋਇਆ ਉਸਨੇ ਉਹਨਾਂ ਨੂੰ ਹੈਂਡਲ ਦੇ ਦਿੱਤਾ ਟੂ ਐਕਟ ਅਗੇਂਸਟ ਹਿਮ। ਜਦੋਂ ਉਹਨਾਂ ਨੇ ਉਸ ਨੂੰ ਉਸ ਤਰ੍ਹਾਂ ਐਕਟ ਕੀਤਾ ਤੇ NSA ਲਗਾਇਆ, ਅੰਡਰਗਰਾਉਂਡ ਰਿਹਾ, ਉਸਨੇ ਪੂਰੀ ਤਰ੍ਹਾਂ ਸਟੇਟ ਨੂੰ ਆਪਣੇ ਤੌਰ ਤੇ ਕਹਿ ਸਕਦਾ ਇੱਕ ਤਰ੍ਹਾਂ ਦਾ ਟੈਂਡਰ ਹੁੱਕ ਤੇ ਰੱਖਿਆ 1 ਮਹੀਨਾ। ਤੇ ਜਦੋਂ ਉਹ ਡਿਬਰੂਗੜ੍ਹ ਚਲਾ ਗਿਆ ਤਾਂ ਸਿੱਖਾਂ ਵਾਸਤੇ ਕੁਦਰਤੀ ਸੁਤੇ ਸੇ ਹਮਦਰਦੀ ਉਹਨਾਂ ਨਾਲ ਲੱਗੀ। ਇਹ ਜਿੱਥੇ ਜੇਕਰ ਸਟੇਟ ਨੇ ਉਸ ਨੂੰ ਕਾਬੂ ਕਰਕੇ ਜਾਂ NSA ਲਗਾ ਕੇ ਕੁਛ ਸਮੇਂ ਲਈ ਉਹਦੇ ਸ਼ਾਂਤੀ ਹੈ ਜੋ ਉਹਦੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਜਿਹੜੀ ਸਮਰੱਥਾ ਚੱਲ ਰਹੀ ਸੀ, ਉਹਦੀ ਮੂਵਮੈਂਟ ਚੱਲ ਰਹੀ, ਉਹਨੂੰ ਡੱਕਾ ਲਗਾ ਦਿੱਤਾ ਹੈ। ਤੇ ਉਹਦੇ ਨਾਲ ਜਿਹੜੀ ਉਸ ਨੂੰ ਹਮਦਰਦੀ ਮਿਲਣੀ ਸੀ ਮਿਲ ਗਈ, ਚਾਹੇ ਜਥੇਦਾਰ ਸਾਹਿਬ ਵੱਲੋਂ ਮਿਲੀ, ਚਾਹੇ XGPC ਵੱਲੋਂ ਮਿਲੀ, ਚਾਹੇ ਅਕਾਲੀ ਦਲ ਵੱਲੋਂ ਮਿਲੀ, ਸਾਰਿਆਂ ਨੇ ਦਿੱਤੀ ਸੀ। ਵੀ ਤੁਸੀਂ ਡਿਬਰੂਗੜ੍ਹ ਕਿਉਂ ਭੇਜ ਦਿੱਤਾ? ਇਸ ਲਈ ਡਿਬਰੂਗੜ੍ਹ ਜਿਹੜਾ ਹੈ ਇੱਕ ਸਿੰਬਲ ਬਣ ਚੁੱਕਾ ਹੈ ਰਿਪਰੈਸ਼ਨ ਦਾ। ਸੋ ਜਦੋਂ ਅੱਜ ਗੱਲ ਚੱਲਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਮਤਲਬ ਕੇਸ ਚਲਾਇਆ ਜਾ ਰਿਹਾ ਜਾਂ ਇੱਥੇ ਲਿਆਂਦਾ ਜਾ ਰਿਹਾ, ਜੋ ਕੋਈ ਤਸ਼ੱਦਦ ਕੀਤਾ ਜਾ ਰਿਹਾ, ਇਹ ਤਾਂ ਦੇਖੋ ਸਟੇਟ ਜਿਹੜੀ ਹੈ ਨਾ ਜੋ ਕਰਦੀ ਹੈ। ਮੇਰੇ ਆਪਣਾ ਫਸਟ ਹੈਂਡ ਐਕਸਪੀਰੀਅੰਸ ਨੇ ਕਿ ਸਟੇਟ ਤੁਹਾਨੂੰ ਮੈਂਟਲੀ ਤੋੜਦੀ ਹੈ, ਸਾਈਕੋਲੋਜੀਕਲੀ ਤੋੜਦੀ ਹੈ, ਸਰੀਰਕ ਤੌਰ ਤੇ ਤੋੜਦੀ ਹੈ। ਹੁਣ ਜਦੋਂ ਮੈਂ ਜੇਲ੍ਹ ਸੀਗਾ ਤੁਸੀਂ ਹੈਰਾਨ ਹੋਵੋਗੇ ਕਿ ਮੈਂ 40 ਚੱਕੀਆਂ 'ਚ ਰਹਿੰਦਾ ਸੀ, ਪਿੱਛੇ ਕਮਰਾ ਹੁੰਦਾ ਸੀਗਾ, ਇਸ ਤੋਂ ਅੱਗੇ ਹੋਰ ਕਮਰਾ ਹੁੰਦਾ ਤੇ ਬਾਹਰ ਪਹਿਰਾ ਹੁੰਦਾ ਸੀ, ਤੇ ਰੋਜ਼ ਮੇਰੀ ਜਿਹੜੀ ਚੱਕੀ ਸੀ ਬਦਲਦੀ ਜਾਂਦੀ ਸੀ। ਇਹ ਰਿਪਰੈਸ਼ਨ, ਹਾਲਾਂਕਿ ਮੈਂ ਕਿਉਂ ਭੱਜਣਾ ਸੀ। ਸੋ ਕਹਿਣ ਦਾ ਭਾਵ ਕੀ ਹੈ ਕਿ ਸਟੇਟ ਜਿਹੜੀ ਹੈ ਇਹ ਸਾਰੇ ਯਤਨ ਕਰਦੀ ਹੈ, ਪਰ ਉੱਥੇ ਆ ਕੇ ਬੰਦੇ ਦਾ ਵੀ ਟੈਸਟ ਹੋਣਾ ਹੈ ਕਿ ਜਿਹੜੇ ਬੰਦਿਆਂ ਨੇ ਇਤਨੀ ਵੱਡੀ ਜ਼ਿੰਮੇਵਾਰੀ ਚੁੱਕੀ ਆਪਣੇ ਤੇ ਕੋ। ਆਫਟਰ ਤੁਸੀਂ ਇੱਕ ਸਟੇਟ ਨਵੀਂ ਬਣਾਉਣ ਵਾਸਤੇ, ਕੌਮ ਨੂੰ ਆਰਗੇਨਾਈਜ਼ ਕਰਨ ਵਾਸਤੇ ਯਤਨ ਕੀਤਾ, ਪਰ ਉਸ ਵਾਸਤੇ ਕੀ ਤੁਹਾਡੀ ਸਮਰੱਥਾ ਹੈ? ਸਮਰੱਥਾ ਬਣਾ ਲਓ। ਜੇ ਤੁਸੀਂ ਬਾਹਰੋਂ ਆ ਕੇ ਇੱਥੇ ਆ ਕੇ ਬਣਾਓ ਤਾਂ ਸਮਰੱਥਾ ਬਣਾਓ। ਸੋ ਮੈਂ ਸਮਝਦਾ ਕਿ ਪ੍ਰਾਇੋਰਟੀ ਜਿਹੜੀ ਸੀ ਨਾ ਜੀ, ਉਹਨਾਂ ਨੂੰ ਜਿਹੜੀਆਂ ਪ੍ਰਾਇੋਰਟੀਜ਼ ਇਹ ਫਿਕਸ ਕਰਨੀ ਚਾਹੀਦੀ, ਜਿਹੜੀ ਤੁਹਾਨੂੰ ਮੈਂ ਗੱਲ ਕਰ ਚੁੱਕਾ। ਪਰ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਉੱਥੇ ਹੈ ਤਾਂ ਇੱਕ ਗੱਲ ਜਿਹੜੀ ਮਤਲਬ ਸਾਰੇ ਪਾਸੇ ਜਦੋਂ ਉਹਦੀ ਅਰੈਸਟ ਹੋ ਗਈ ਤਾਂ ਜਿਹੜੇ ਉਸਦੇ ਹਮਦਰਦ ਲੋਕ ਨੇ ਉਹਨਾਂ ਨੇ ਇਸ ਪੱਖੋਂ ਸੁੱਖ ਦਾ ਸਾਹ ਲਿਆ ਕਿ ਬੰਦਾ ਬਚ ਗਿਆ, ਕਿ ਉਸ ਨੂੰ ਕਿਸ ਤਰੀਕੇ ਮਤਲਬ ਕਾਊਂਟਰ ਦੇ ਵਿੱਚ ਜਾਂ ਕਿਸ ਤਰੀਕੇ ਨਾਲ ਮਾਰਿਆ ਨਹੀਂ ਗਿਆ ਜਾਂ ਕਿਸ ਤਰੀਕੇ ਬਾਹਰ ਨਹੀਂ ਚਲਾ ਗਿਆ। ਇੱਕ ਤਾਂ ਇਹ ਗੱਲ ਹੈ। ਹੁਣ ਇਹ ਆਸ ਇਹ ਰੱਖੀ ਜਾ ਰਹੀ ਹੈ ਕਿ ਜਦੋਂ ਖਲਾਰਾ ਪੈ ਗਿਆ ਪੋਲਿਟਿਕਸ ਦੇ ਵਿੱਚ, ਜਿਹੜੀ ਰੈਡੀਕਲ ਪੋਲਿਟਿਕਸ ਹੈ ਉਹ ਵੀ ਕੁਝ ਨਹੀਂ ਦੇ ਪਾ ਰਹੀ, ਅਕਾਲੀ ਪੋਲਿਟਿਕਸ ਵੀ ਕੁਝ ਨਹੀਂ ਦੇ ਪਾ ਰਹੀ, ਸੰਸਥਾਵਾਂ ਵੀ ਕੁਝ ਨਹੀਂ ਦੇ ਪਾ ਰਹੀਆਂ, ਤੇ ਸਾਰੇ ਪਾਸੇ ਖਲਾਰਾ ਪੈ ਗਿਆ ਹੋਇਆ, ਤਾਂ ਇਹ ਜਿਹੜਾ ਅੰਮ੍ਰਿਤਪਾਲ ਸਿੰਘ ਵਰਤਾਰਾ, ਅਗਰ ਫਰਜ਼ ਕਰੋ ਉਹ ਇੱਥੇ ਆ ਜਾਂਦਾ ਦੁਬਾਰਾ, ਹੁਣ ਮੈਂ ਉਸਨੂੰ ਵਰਤਾਰਾ ਨਹੀਂ ਕਹਾਂਗਾ, ਮੈਂ ਉਸਨੂੰ ਐਜ਼ ਪਰਸਨ ਕਹਾਂਗਾ। ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਇੱਥੇ ਆ ਜਾਂਦਾ ਹੈ ਜਾਂ ਉਸਨੂੰ ਕਿਸੇ ਤਰੀਕੇ ਨਾਲ ਸ਼ਿਫਟ ਕੀਤਾ ਜਾਂਦਾ ਹੈ, ਕੇਸ ਚਲਾਉਣ ਵਾਸਤੇ ਕੀਤਾ ਜਾਂਦਾ ਹੈ, ਤਾਂ ਮੈਂ ਸਮਝਦਾ ਕਿ ਇੱਕ ਦੁਬਾਰਾ ਫਿਰ ਇੱਕ ਉਭਾਰ ਚੇਤਨਾ ਪੈਦਾ ਹੋ ਸਕਦੀ ਉਹਦੇ ਹੱਕ ਵਿੱਚ। ਪਰ ਫਿਰ ਜਿਹੜਾ ਸਟੇਟ ਦਾ ਨੈਰੇਟਿਵ ਹੈ ਨਾ ਜੀ, ਉਹ ਵਰਕਆਊਟ ਕਰੇਗਾ, ਮੀਡੀਆ ਦਾ ਵਰਕਆਊਟ ਕਰੇਗਾ ਵੀ ਇਹ ਤਾਂ ਫਿਰ ਆ ਗਿਆ ਜੀ, ਇਹ ਤਾਂ ਕਾਂਗਰਸ ਬੀਜੇਪੀ ਨੂੰ ਵਰਤੇਗੀ, ਉਸ ਨੂੰ ਚੋਣਾਂ 'ਚ ਪੋਲਰਾਈਜੇਸ਼ਨ ਕਰੇਗੀ, ਹਿੰਦੂਆਂ ਨੂੰ ਵੋਟਾਂ ਨਾਲ ਲਵੇਗੀ। ਉਹ ਸਰਕਾਰ ਨੂੰ ਸੂਟ ਕਰ ਸਕਦਾ ਹੈ ਐਜ਼ ਸਮ ਐਨਾਲਿਸਟ ਸੇ। ਪਰ ਜਿਹੜੀ ਮੂਵਮੈਂਟ ਹੈ ਜਾਂ ਜਿਸ ਢੰਗ ਨਾਲ ਇੱਕ ਪੰਜਾਬ ਦੀ ਨਵੀਂ ਆਸ ਬਣ ਕੇ ਸਾਹਮਣੇ ਆਉਣਾ ਹੈ, ਉਹਦੇ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ ਨਾ ਜੀ ਉਸ ਬੰਦੇ ਨੂੰ, ਜਾਂ ਜਿਹੜੇ ਹੋਰ ਕੋਈ ਬੰਦਾ ਉੱਠਦਾ। ਮੈਂ ਮਹਿਸੂਸ ਕਰਦਾ ਕਿ ਇਹਦੇ ਜਿਹੜੀ ਵਿਸ਼ਵ ਸਿੱਖ ਇਕੱਤਰਤਾ, ਇਹ ਜਿਹੜੇ ਆਗੂ ਨੇ ਇਹਨਾਂ ਦਾ ਤੇ ਜਿਹੜੀ ਹੋਰ ਸੰਸਥਾਵਾਂ ਕੰਮ ਕਰ ਰਹੀਆਂ ਜਥੇਬੰਦੀਆਂ, ਇਹਨਾਂ ਦਾ ਆਪਸੀ ਤਾਲਮੇਲ ਬੜਾ ਜ਼ਰੂਰੀ ਹੈ ਜੀ ਵਿਦ ਅੰਮ੍ਰਿਤਪਾਲ ਸਿੰਘ, ਇਫ ਐਜ਼ ਐਂਡ ਵੈਨ ਹੀ ਕਮਸ ਆਊਟ, ਐਜ਼ ਐਂਡ ਵੈਨ। ਸੋ ਮੈਂ ਸਮਝਦਾ ਕਿ ਅਗਰ ਫਰਜ਼ ਕਰੋ ਮੇਰਾ ਕੰਸਰਨ ਕੀ ਹੈ ਉਹ ਬਦਲ ਦੇਣ ਦਾ, ਕਿ ਜਦੋਂ ਅੱਜ ਅਕਾਲੀ ਪੋਲਿਟਿਕਸ ਇਸ ਗੱਲ ਬਾਰੇ ਦਮਗਜੇ ਮਾਰਦੀ ਹੈ, ਦੇਰ ਇਜ਼ ਨੋ ਆਲਟਰਨੇਟਿਵ, ਜਿਹਨੂੰ ਟੀਨਾ ਕਹਿੰਦੇ ਆ, ਦੇਰ ਇਜ਼ ਨੋ ਅਦਰ ਆਲਟਰਨੇਟਿਵ। ਇਸ ਕਰਕੇ ਉਹ ਜੋ ਮਰਜ਼ੀ ਕਰੀ ਜਾਣ, ਭਗਵੰਤ ਸਿੰਘ ਮਾਨ ਦੀ ਜਿਹੜੀ ਬਰੂਟ ਮੈਜੋਰਿਟੀ ਹੈ ਉਸ ਨੂੰ ਮੁੱਖ ਰੱਖ ਕੇ ਜੇ ਬੀਜੇਪੀ ਦਾ ਅਕਾਲੀ ਪੋਲਿਟਿਕਸ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਰਾਹੀਂ, ਬਰੂਟ ਮੈਜੋਰਿਟੀ ਦੇ ਰਾਹੀਂ ਆਪਣੀ ਮਨ ਮਰਜ਼ੀਆਂ ਕਰੇਗੀ, ਤਾਂ ਇਤਿਹਾਸ ਦਾ ਜਵਾਬ ਲਵੇਗਾ ਨਾ ਕਿਤੇ ਨਾ ਕਿਤੇ। ਭਗਵੰਤ ਸਿੰਘ ਮਾਨ ਕੋਲੋਂ ਵੀ ਹਿਸਾਬ ਲਿਆ ਜਾਏਗਾ, ਤੇ ਮੈਜੋਰਿਟੇਰੀਅਨ ਜਿਹੜਾ ਮੈਜੋਰਿਟੀ ਹੋਣੀ ਹੋਰ ਗੱਲ ਹੈ, ਲੇਕਿਨ ਮੈਜੋਰਿਟੇਰੀਅਨ ਦਾ ਹੰਕਾਰ ਹੋ ਜਾਣਾ ਵੱਖਰੀ ਗੱਲ ਹੈ। ਸੋ ਇਸ ਵਾਸਤੇ ਤਿੰਨੋਂ ਸਥਿਤੀਆਂ ਫਸੀਆਂ ਹੋਈਆਂ ਨੇ। ਭਗਵੰਤ ਸਿੰਘ ਮਾਨ ਵੀ ਫਸਿਆ ਹੋਇਆ ਹੈ, ਬੀਜੇਪੀ ਫਸੀ ਹੋਈ ਹੈ, ਅਕਾਲੀ ਪੋਲਿਟਿਕਸ ਫਸੀ ਹੋਈ ਹੈ, ਨਜ਼ਰ ਕਿਸੇ ਨੂੰ ਕੁਛ ਨਹੀਂ ਆ ਰਿਹਾ।
ਇੱਕ ਦੂਜੇ ਨੂੰ ਵਰਤਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹਦੇ 'ਚ ਜਿਹੜਾ ਮੈਂ ਤੁਹਾਨੂੰ ਇੱਕ ਦੱਸਿਆ ਮਾਡਲ ਦੱਸਿਆ ਕਿ ਅਗਰ ਫਰਜ਼ ਕਰੋ ਇਸ ਢੰਗ ਦੇ ਨਾਲ ਆਉਣ ਵਾਲੇ ਸਾਲ ਖੰਡ ਦੇ ਵਿੱਚ ਜਾਂ 24 ਤੋਂ ਬਾਅਦ ਜਾਂ 27 ਨੂੰ ਮੁੱਖ ਰੱਖਦੇ ਹਾਂ, ਅਗਰ ਨਵੀਂ ਪੋਲਿਟਿਕਸ ਨਿਕਲਦੀ ਹੈ ਔਰ ਇੱਕ ਨਵੇਂ ਤਰੀਕੇ ਨਾਲ ਇਹ ਪੰਜਾਬ ਦਾ ਜਿਹੜਾ ਯੂਥ ਹੈ, ਪੰਜਾਬ ਦੇ ਲੋਕ ਨੇ ਜਿਨ੍ਹਾਂ ਕਸ਼ਟਾਂ ਲੰਘ ਰਹੇ ਨੇ, ਅਗਰ ਕੋਈ ਹੱਲ ਨਿਕਲ ਸਕਦਾ ਹੈ ਤਾਂ ਮੈਂ ਸਮਝਦਾ ਕਿ ਉਹਨੂੰ ਵੈਲਕਮ ਕਰਨਾ ਚਾਹੀਦਾ ਹੈ। ਇਸ ਵਾਸਤੇ ਮੈਂ ਇਸੇ ਕਰਕੇ ਮੈਂ ਸਮਝਦਾ ਕਿ ਸੁਖਵਿੰਦਰ ਜਿਹੜੀ ਮੈਂ ਬੌਧਿਕ ਤੌਰ ਤੇ ਕੰਮ ਕੀਤਾ ਹੋਇਆ, ਇੰਟੈਲੈਕਚੁਅਲੀ ਕੰਮ ਕੀਤਾ ਹੋਇਆ, ਉਹ ਅੱਜ ਦੇ ਸਮੇਂ 'ਚ ਬਹੁਤ ਮਤਲਬ ਮੈਂ ਵਿਸ਼ਵ ਇਕੱਤਰਤਾ 'ਚ ਉਹਨਾਂ ਨੂੰ ਕਿਹਾ ਯਾਰ ਤੁਸੀਂ ਮਤਲਬ ਆਫਟਰ ਜਿਹੜੀਆਂ ਮੈਂ ਕਿਤਾਬਾਂ ਲਿਖੀਆਂ ਨੇ, ਜੋ ਮੈਂ ਥਾਟ ਦਿੱਤੇ ਹੋਏ ਨੇ, ਇੱਕ ਸਿੱਖ ਥਾਟ ਨੂੰ ਮੈਂ ਇਵੋਲਵ ਕੀਤਾ। ਸਿੱਖ ਥਾਟ ਐਜ਼ ਯੂਰਪੀਅਨ ਥਾਟ, ਹਿੰਦੂ ਥਾਟ ਜਾਂ ਜੂਸ ਥਾਟ ਦੇ ਮੁਤਾਬਕ ਅਜੇ ਸਿੱਖ ਥਾਟ ਇਵੋਲਵ ਨਹੀਂ ਹੋਇਆ ਸੀ, ਜਿਹੜਾ ਕਿ ਮੈਂ ਆਪਣੇ ਤਰੀਕੇ ਨਾਲ ਕੀਤਾ ਹੋਇਆ। ਪਰ ਸਵਾਲ ਡਿਬੇਟ ਤਾਂ ਕਰੋ ਉਹਦੇ ਬਾਰੇ, ਉਹਨੂੰ ਕੋਈ ਉਹਦੀ ਅੰਡਰਟੇਕਿੰਗ ਤਾਂ ਕਰੋ ਨਾ, ਉਹਨੂੰ ਬਾਰੇ ਡਿਬੇਟ ਕਰਕੇ ਵਿਚਾਰ ਤਾਂ ਕਰੋ ਨਾ। ਖੈਰ ਮੈਂ ਮਹਿਸੂਸ ਕਰਦਾ ਕਿ ਐਸੇ ਅਗਰ ਫਰਜ਼ ਕਰੋ ਕੁਝ ਇਸ ਤਰੀਕੇ ਨਾਲ ਗੱਲ ਬਣਦੀ ਹੈ ਔਰ ਅਕਾਲੀ ਪੋਲਿਟਿਕਸ ਦੇ ਵਿੱਚ ਇੱਕ ਰੈਡੀਕਲ ਚੇਂਜ ਆਉਂਦੀ ਹੈ, ਕਿਉਂਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਸੁਖਬੀਰ ਬਾਦਲ ਵਰਗੇ ਲੋਕਾਂ ਜਿਹੜੇ ਸਾਰੇ ਪਾਸੇ ਕਹਿੰਦੇ ਇੱਕ ਪਾਸੇ ਹੋ ਜਾਏ, ਫਿਰ ਵੀ ਥੱਲੋਂ ਨਾ ਕੋਈ ਉੱਥੇ ਕੋਈ ਬਗਾਵਤ ਹੁੰਦੀ ਹੈ, ਨਾ ਉਹਦੇ ਕੋਲੋਂ ਕੋਈ ਨਵੀਂ ਲੀਡਰਸ਼ਿਪ ਸਾਹਮਣੇ ਆਉਂਦੀ ਹੈ। ਉਹ ਵੀ ਪ੍ਰੋਬਲਮ ਹੈ। ਬੀਜੇਪੀ ਆਪਣੀ ਦਾਅ ਤੇ ਬੈਠੀ ਹੈ, ਆਮ ਆਦਮੀ ਪਾਰਟੀ ਕਾਂਗਰਸ ਆਪਣੀ ਗੇਮ ਖੇਡ ਰਹੀ ਹੈ, ਲੇਕਿਨ ਸਿੱਖਾਂ ਦੇ ਵਿੱਚ ਅਕਾਲੀ ਪੋਲਿਟਿਕਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕੋਈ ਇਸ ਤਰ੍ਹਾਂ ਦੀ ਹਲਚਲ ਹੋਵੇ ਜਾਂ ਇਸ ਤਰੀਕੇ ਨਾਲ ਕੋਈ ਹੋਵੇ। ਅੰਮ੍ਰਿਤਪਾਲ ਸਿੰਘ ਸਵਾਲ ਖਤਮ ਕਰਦਾ, ਅੰਮ੍ਰਿਤਪਾਲ ਸਿੰਘ ਅਗਰ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਲਿਆ ਜਾਂਦਾ ਤਾਂ ਉਹਦਾ ਉੱਥੇ ਆਉਣਾ ਹੀ ਆਪਣੇ ਆਪ 'ਚ ਬੜਾ ਉਤਸ਼ਾਹ ਪੈਦਾ ਕਰ ਰਿਹਾ। ਅਗਰ ਫਰਜ਼ ਕਰੋ ਰਿਫਾਰਮਡ ਅੰਮ੍ਰਿਤਪਾਲ ਸਿੰਘ ਸਾਹਮਣੇ ਆਉਂਦਾ, ਇੱਕ ਪੋਲੀਟੀਕਲ ਅੰਮ੍ਰਿਤਪਾਲ ਸਿੰਘ ਸਾਹਮਣੇ ਆਉਂਦਾ, ਇੱਕ ਸਟੇਟਸਮੈਨ ਅੰਮ੍ਰਿਤਪਾਲ ਸਿੰਘ ਸਾਹਮਣੇ ਆਉਂਦਾ, ਤਾਂ ਇਹਦੇ 'ਚ ਕੋਈ ਆਸ ਰੱਖੀ ਜਾ ਸਕਦੀ ਹੈ। ਜੇਕਰ ਅਗਰ ਆ ਕੇ ਫਿਰ ਉਹ ਨਾਅਰੇ 'ਚ ਆ ਕੇ ਪੋਲੀਟਿਕਸ ਆਉਣੀ ਹੈ, ਨਾਅਰੇ 'ਚ ਇਸਨੂੰ ਸਾਰੇ ਵੱਲ ਜਾਣਾ, ਫਿਰ 'ਚ ਮੈਂ ਸਮਝਦਾ ਕੋਈ ਬਹੁਤੀ ਕਾਮਯਾਬੀ ਸੰਭਾਵਨਾ ਨਹੀਂ ਹੈ। ਇਹ ਸਾਰੀ ਮੂਵਮੈਂਟ ਨੂੰ ਇੱਕ ਵਾਰ ਫਿਰ ਬੀਜੇਪੀ ਜਾਂ ਦੂਜੀਆਂ ਪਾਰਟੀ ਵਰਤ ਲੈਣਗੀਆਂ, ਇਸ ਤੋਂ ਡਰ ਬਚਣਾ ਚਾਹੀਦਾ। ਸ਼ੁਕਰੀਆ, ਧੰਨਵਾਦ ਤੁਹਾਡਾ ਭਾਈ ਸਾਹਿਬ। ਸੋ ਮੇਰੇ ਨਾਲ ਮੌਜੂਦ ਸਨ ਭਾਈ ਹਰਸਿਮਰਨ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ ਵਾਲੇ। ਪੰਥਕ ਮਸਲਿਆਂ ਦੇ ਵਿੱਚ ਪੈ ਰਹੀ ਦੁਚਿੱਤੀ ਜਾਂ ਹੋਰ ਵਾਦ-ਵਿਵਾਦ ਜੋ ਖੜਾ ਹੋ ਰਿਹਾ, ਉਹਦੇ ਬਾਰੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।